सत श्री अकाल दोस्तों, वेलकम टू डोर स्टैप एजुकेशन पॉइंट। उम्मीद मैं यही करूँगा ਤੁਸੀਂ ਸਭ ਬਹੁਤ ਹੀ ਵਧੀਆ ਹੋਣੇ ਆ। ਅੱਜ ਦੀ ਕਲਾਸ ਵਿੱਚ ਆਪਾਂ ਔਨ ਇਕੁਐਲਿਟੀ ਸਮਾਨਤਾ ਨਾਮ ਦਾ ਜਿਹੜਾ ਚੈਪਟਰ ਹੈਗਾ, ਇਸ ਚੈਪਟਰ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਜਿਹੜਾ ਚੈਪਟਰ ਹੈ ਜਾਂ ਫਿਰ ਇਹ ਜਿਹੜੀ ਕਲਾਸ ਹੈਗੀ ਆ, ਇਹ ਕਲਾਸ ਤੁਹਾਡੇ ਪੀਐਸ ਟੈਟ ਜਾਂ ਫਿਰ ਸੀਟੈਟ ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈਗੀ ਆ। ਐਂਡ ਇਹ ਜਿਹੜਾ ਆਪਾਂ ਪਾਠ ਡਿਸਕਸ ਕਰ ਰਹੇ ਹਾਂ NCERT ਦੀ ਪੋਲੀਟੀਕਲ ਸਾਇੰਸ 7th ਕਲਾਸ ਦੀ ਕਿਤਾਬ ਵਿੱਚੋਂ ਲਿਆ ਗਿਆ ਲੈਸਨ ਹੈਗਾ ਆ। ਸੋ ਇਸ ਪਾਠ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ NCERT ਦੀਆਂ ਕਿਤਾਬਾਂ ਜਾਂ ਤਾਂ ਅੰਗਰੇਜ਼ੀ ਵਿੱਚ ਆਉਂਦੀਆਂ ਨੇ ਜਾਂ ਤਾਂ ਹਿੰਦੀ ਵਿੱਚ ਆਉਂਦੀਆਂ ਨੇ, ਬਟ ਮੈਂ ਤੁਹਾਡੇ ਲਈ ਥੋੜ੍ਹੀ ਜਿਹੀ ਮਿਹਨਤ ਕਰ ਰਿਹਾ। ਐਂਡ ਇਹ ਜਿਹੜੇ ਨੋਟਸ ਨੇ ਜਿਹੜਾ ਕਿ ਤੁਹਾਨੂੰ ਕੰਟੈਂਟ ਵੇਖਣ ਨੂੰ ਮਿਲ ਰਿਹਾ, ਇਹ ਥੋੜ੍ਹਾ ਬਹੁਤ ਮਿਹਨਤ ਕਰਕੇ ਬਣਾਇਆ ਗਿਆ ਕੰਟੈਂਟ ਹੈਗਾ ਆ। ਸੋ ਇਸ ਮਿਹਨਤ ਲਈ ਤੁਸੀਂ ਇਸ ਵੀਡੀਓ ਨੂੰ ਲਾਈਕ ਤਾਂ ਕਰ ਹੀ ਸਕਦੇ ਹੋ ਐਂਡ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਐਂਡ ਆਪਦੇ ਉਹਨਾਂ ਸਾਥੀਆਂ ਦੋਸਤਾਂ ਨਾਲ ਵੀ ਸ਼ੇਅਰ ਕਰ ਦਿਓ ਜਿਹੜੇ ਪੀਐਸ ਟੈਟ ਜਾਂ ਫਿਰ ਸੀਟੈਟ ਪੇਪਰ ਦੀ ਤਿਆਰੀ ਕਰ ਰਹੇ ਨੇ। ਐਂਡ ਇਹ ਜਿਹੜੀਆਂ ਕਲਾਸਿਸ ਨੇ SST ਪੋਰਸ਼ਨ ਜਾਂ ਫਿਰ SST ਵਾਲੇ ਜਿਹੜੇ ਸਟੂਡੈਂਟ ਹੁੰਦੇ ਨੇ ਉਹਨਾਂ ਲਈ ਤਾਂ ਇੰਪੋਰਟੈਂਟ ਹੈ ਹੀ। ਬਾਕੀ ਜਿਹੜੇ EVS ਰੱਖਣ ਵਾਲੇ ਜਿਹੜੇ ਸਾਥੀ ਹੁੰਦੇ ਨੇ ਪੇਪਰ 1 ਦੇ ਲਈ ਡਾਇਰੈਕਟਲੀ ਤਾਂ ਨਹੀਂ ਬਟ ਇਨਡਾਇਰੈਕਟਲੀ ਇਹ ਸਾਰੀਆਂ ਚੀਜ਼ਾਂ ਉਹਨਾਂ ਸਟੂਡੈਂਟ ਲਈ ਵੀ ਹੈਲਪ ਕਰਦੀਆਂ ਨੇ। ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਆਪਣੇ ਚੈਪਟਰ ਦੀ। ਚੈਪਟਰ ਦਾ ਨਾਮ ਹੈਗਾ ਜੀ ਔਨ ਇਕੁਐਲਿਟੀ ਸਮਾਨਤਾ, 7th ਕਲਾਸ ਦੀ NCERT ਪੋਲੀਟੀਕਲ ਸਾਇੰਸ ਵਿੱਚੋਂ ਲਿਆ ਗਿਆ ਲੈਸਨ ਹੈ। ਤੇ ਆਪਾਂ ਗੱਲ ਕੀ ਕਰ ਰਹੇ ਹਾਂ? ਸਮਾਨਤਾ ਦੀ ਗੱਲ ਕਰਾਂਗੇ ਕਿ ਆਪਣੇ ਸੰਵਿਧਾਨ ਵਿੱਚ, ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਤੇ ਪਾਸਟ ਵਿੱਚ ਸਮਾਨਤਾ ਦੇ ਨਾਮ 'ਤੇ ਕੀ ਕੁਝ ਵੇਖਣ ਨੂੰ ਮਿਲਦਾ ਰਿਹਾ। ਐਂਡ ਕੁਝ ਕੇਸ ਸਟੱਡੀ ਕਰਾਂਗੇ ਕਿ ਕੁਝ ਇਹੋ ਜਿਹੇ ਲੋਕ ਵੀ ਹੈਗੇ ਨੇ ਅੱਜ ਦੇ ਟਾਈਮ ਵਿੱਚ ਜਿਨ੍ਹਾਂ ਨਾਲ ਭੇਦਭਾਵ ਜਾਂ ਫਿਰ ਸਮਾਨਤਾ ਦਾ ਅਧਿਕਾਰ ਕਹਿ ਸਕਦੇ ਹਾਂ ਬੇਸ਼ੱਕ ਸੰਵਿਧਾਨ ਦੇ ਅਕੋਰਡਿੰਗ ਦਿੱਤਾ ਗਿਆ ਹੋਵੇ, ਬਟ ਰੀਅਲ ਲਾਈਫ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਸਮਾਨਤਾ ਵੇਖਣ ਨੂੰ ਨਹੀਂ ਮਿਲ ਰਹੀ। ਸੋ ਆਪਾਂ ਗੱਲ ਕਰਦੇ ਹਾਂ ਭਾਰਤ ਦੀ। ਭਾਰਤ ਕੀ ਹੈ ਜੀ? ਭਾਰਤ ਇੱਕ ਲੋਕਤੰਤਰ ਹੈ, ਡੈਮੋਕ੍ਰੇਸੀ ਆਪਾਂ ਕਹਿ ਸਕਦੇ ਹਾਂ। ਅਤੇ ਡੈਮੋਕ੍ਰੇਸੀ ਦੇ ਵਿੱਚ ਆਪਾਂ ਗੱਲ ਕੀਤੀ ਸੀਗੀ ਪ੍ਰੀਵੀਅਸ ਚੈਪਟਰ ਦੇ ਵਿੱਚ ਕਿ ਆਪਾਂ ਕੀ ਕਰਦੇ ਹਾਂ, ਜਿਹੜੇ ਲੋਕ ਹੁੰਦੇ ਨੇ, ਆਮ ਲੋਕ ਹੁੰਦੇ ਨੇ, ਉਹ ਆਪਣੀਆਂ ਸਰਕਾਰਾਂ ਆਪ ਹੀ ਚੁਣਦੇ ਨੇ। ਇਹਨੂੰ ਆਪਾਂ ਡੈਮੋਕ੍ਰੇਸੀ ਦਾ ਨਾਮ ਦੇ ਦਿੰਦੇ ਹਾਂ। ਐਂਡ ਇਸ ਦੇ ਵਿੱਚ ਆਪਾਂ ਨੂੰ ਕਾਂਤਾ ਅਤੇ ਸੁਜਾਤਾ ਦੀ ਕਹਾਣੀ ਵੇਖਣ ਨੂੰ ਮਿਲਦੀ ਹੈ। ਇੱਕ ਦਿਨ ਦੀ ਗੱਲ ਹੈਗੀ ਆ, ਕਾਂਤਾ ਅਤੇ ਸੁਜਾਤਾ। ਪਹਿਲਾਂ ਤਾਂ ਮੈਂ ਇਹਨਾਂ ਦੋਨਾਂ ਬਾਰੇ ਦੱਸ ਦਿੰਦਾ ਕਿ ਇਹ ਦੋਨੋਂ ਹੀ ਡੋਮੈਸਟਿਕ ਵਰਕਰਸ ਹੈਗੀਆਂ ਨੇ। ਡੋਮੈਸਟਿਕ ਵਰਕਰਸ ਕੌਣ ਹੁੰਦੇ ਨੇ ਜੀ? ਜਿਹੜੇ ਕਿ ਘਰ ਦਾ ਕੰਮ ਕਰਦੇ ਨੇ। ਹੋ ਸਕਦਾ ਹੈ ਤੁਹਾਡੇ ਘਰਾਂ ਵਿੱਚ ਵੀ ਕਾਂਤਾ ਅਤੇ ਸੁਜਾਤਾ ਵਰਗੇ ਜਿਹੜੇ ਲੋਕ ਨੇ ਜੀ, ਉਹ ਤੁਹਾਡੇ ਘਰ ਦਾ ਕੰਮ ਕਰਦੇ ਹੋਣ, ਕੱਪੜੇ ਧੋਂਦੇ ਹੋਣ, ਖਾਣਾ ਬਣਾਉਂਦੇ ਹੋਣ, ਘਰ ਦੀ ਸਫਾਈ ਕਰਦੇ ਹੋਣ। ਸੋ ਡੋਮੈਸਟਿਕ ਵਰਕਰ ਹੈਗੇ ਆ ਕਾਂਤਾ ਅਤੇ ਸੁਜਾਤਾ। ਕਾਂਤਾ ਅਤੇ ਸੁਜਾਤਾ ਇੱਕ ਲਾਈਨ ਵਿੱਚ ਖੜੇ ਆ। ਇਹ ਲਾਈਨ ਕਿਹੜੀ ਹੈ ਜੀ? ਚੋਣਾਂ ਦਾ ਦਿਨ ਹੈਗਾ ਆ ਤੇ ਇਹ ਵੋਟਿੰਗ ਵਾਲੀ ਲਾਈਨ ਦੇ ਵਿੱਚ ਖੜੇ ਆ। ਤੇ ਜਦੋਂ ਇਹ ਲਾਈਨ ਵਿੱਚ ਖੜੇ ਆ ਤੇ ਜਿਹੜੀ ਕਾਂਤਾ ਹੈਗੀ ਆ, ਕਾਂਤਾ ਖੁਸ਼ ਜੀ ਵੇਖਣ ਨੂੰ ਮਿਲ ਰਹੀ ਹੈ। ਕਿਉਂ? ਕਿਉਂਕਿ ਉਸ ਸੇਮ ਲਾਈਨ ਦੇ ਵਿੱਚ ਕਾਂਤਾ ਜਿਹਦੇ ਘਰੇ ਕੰਮ ਕਰਦੀ ਆ, ਜਿਹੜਾ ਉਹਦਾ ਸਾਹਿਬ ਹੈਗਾ ਆ, ਉਹ ਵੀ ਉਸ ਲਾਈਨ ਵਿੱਚ ਖੜਾ ਆ। ਐਂਡ ਇਸ ਲਾਈਨ ਦੇ ਵਿੱਚ ਹੋਰ ਵੀ ਲੋਕ ਖੜੇ ਨੇ, ਜਿਵੇਂ ਕਿ ਅਮੀਰ ਵੀ ਹੈਗੇ ਆ, ਗਰੀਬ ਵੀ ਹੈਗੇ ਆ, ਵਪਾਰੀ ਵਰਗ ਦੇ ਲੋਕ ਵੀ ਹੈਗੇ ਆ, ਵਿਦਿਆਰਥੀ ਵੀ ਹੈਗੇ ਆ, ਅਧਿਆਪਕ ਵੀ ਹੈਗੇ ਆ। ਤੇ ਜਦੋਂ ਇਹਨੇ ਸਾਰੀ ਗੱਲ ਵੇਖੀ ਕਿ ਸਾਰੇ ਹੀ ਲਾਈਨ ਵਿੱਚ ਖੜੇ ਆ ਤੇ ਉਹਨੂੰ ਫੀਲ ਹੋਇਆ ਕਿ ਯਾਰ ਸਾਰੇ ਸਮਾਨ ਹੈਗੇ ਆ। ਜਦੋਂ ਆਪਾਂ ਵੋਟ ਪਾਉਣੀ ਹੁੰਦੀ ਆ ਤੇ ਸਾਰਿਆਂ ਨੂੰ ਇੱਕ ਵੋਟ ਦਿੱਤੀ ਗਈ ਹੈ, ਭਾਵੇਂ ਕੋਈ ਗਰੀਬ ਹੋਵੇ, ਭਾਵੇਂ ਉਹ ਅਮੀਰ ਹੋਵੇ, ਭਾਵੇਂ ਕੋਈ ਬੇਰੁਜ਼ਗਾਰ ਹੋਵੇ, ਭਾਵੇਂ ਕੋਈ ਵਪਾਰੀ ਹੋਵੇ, ਅਧਿਆਪਕ ਹੋਵੇ, ਕਿਸੇ ਵੀ ਪ੍ਰੋਫੈਸ਼ਨ ਕਿੱਤੇ ਨਾਲ ਸੰਬੰਧ ਰੱਖਦਾ ਹੋਵੇ, ਸਾਰਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ। ਸੋ ਇਹ ਗੱਲ ਜਦੋਂ ਵੋਟਿੰਗ ਖਤਮ ਹੋ ਜਾਂਦੀ ਆ, ਵੋਟਿੰਗ ਕਰ ਲੈਂਦੇ ਆ, ਉਹ ਵੋਟ ਪਾ ਲੈਂਦੇ ਆ। ਤੇ ਉਸ ਤੋਂ ਬਾਅਦ ਕੀ ਹੁੰਦਾ, ਤੇ ਜਿਹੜੀ ਕਾਂਤਾ ਹੁੰਦੀ ਹੈ ਉਹ ਗੱਲ ਕਰਦੀ ਆ ਸੁਜਾਤਾ ਨਾਲ ਕਿ ਉਹਦੀ ਜਿਹੜੀ ਗੁੜੀਆ ਹੈਗੀ ਹੈ, ਉਹਦੀ ਜਿਹੜੀ ਲੜਕੀ ਹੈ, ਕਿਹਦੀ? ਕਾਂਤਾ ਦੀ, ਉਹ ਬੜੀ ਬਿਮਾਰ ਚੱਲ ਰਹੀ ਹੈ। ਕਾਫੀ ਟਾਈਮ ਤੋਂ ਕੀ ਕਰ ਰਹੀ ਆ, ਉਹਨੂੰ ਬਹੁਤ ਜ਼ਿਆਦਾ ਬੁਖਾਰ ਹੈਗਾ ਆ। ਤੇ ਜਿਹੜੇ ਮੁਹੱਲੇ ਵਿੱਚ ਇਹ ਰਹਿ ਰਹੇ ਆ, ਉੱਥੇ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਗੰਦ ਪਿਆ ਰਹਿੰਦਾ, ਜਿਹਦੇ ਕਰਕੇ ਕਹਿ ਸਕਦੇ ਹਾਂ ਕਿ ਸਾਫ਼ ਸਫਾਈ ਨਾ ਹੋਣ ਕਰਕੇ ਵੀ ਹੋ ਸਕਦਾ ਉਹਦੀ ਲੜਕੀ ਬਿਮਾਰ ਹੋ ਗਈ ਹੋਵੇ। ਸੋ ਇਸ ਤਰ੍ਹਾਂ ਦੀ ਜਿਹੜੀ ਕਹਾਣੀ ਹੈਗੀ ਆ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਤੇ ਸਾਰੀਆਂ ਗੱਲਾਂ ਤੋਂ ਬਾਅਦ ਇਹ ਹੁਣ ਜਿਹੜੀ ਕਾਂਤਾ ਹੈਗੀ ਆ, ਇਹਨੂੰ ਦਵਾਈ ਲੈਣ ਜਾਣਾ ਪਊਗਾ। ਤੇ ਦਵਾਈ ਲੈਣ ਜਾਣ ਲਈ ਇਹਨੂੰ ਜਿੱਥੇ ਕੰਮ ਕਰਦੀ ਆ ਉੱਥੋਂ ਵੀ ਛੁੱਟੀ ਕਰਨੀ ਪੈਣੀ ਆ। ਤੇ ਜਿਵੇਂ ਇਹਨੇ ਛੁੱਟੀ ਕੀਤੀ ਤੇ ਇਹਦੇ ਪੈਸੇ ਵੀ ਕੱਟੇ ਜਾਣੇ ਆ। ਸੋ ਇਹਦੇ ਕੋਲ ਕਹਿ ਸਕਦੇ ਹਾਂ ਕਿ ਪ੍ਰੋਪਰ ਕੋਈ ਨੌਕਰੀ ਵੀ ਹੈ ਨਹੀਂ, ਇਹਨੂੰ ਰੋਜ਼ ਕੰਮ ਕਰਨਾ ਪੈਣਾ ਆ, ਫੇਰ ਹੀ ਇਹਨੂੰ ਜਿਹੜੇ ਪੈਸੇ ਹੈਗੇ ਆ ਮਿਲਣੇ ਆ। ਤੇ ਉੱਥੇ ਮੰਨ ਲਓ ਕਿ ਇਹਨੂੰ ਪੈਸਿਆਂ ਦੀ ਲੋੜ ਪੈ ਗਈ ਤੇ ਉੱਥੇ ਜਦੋਂ ਆਪਦੇ ਸਾਹਿਬ ਤੋਂ ਜਾਂ ਫਿਰ ਉੱਥੇ ਜਿਹੜੇ ਵੀ ਉੱਥੇ ਰਹਿੰਦੇ ਆ
ਕੰਮ ਇਹਨਾਂ ਤੋਂ ਕਰਵਾ ਰਹੇ ਆ, ਉਹਨਾਂ ਤੋਂ ਜਦੋਂ ਪੈਸੇ ਮੰਗਣਗੇ ਤੇ ਕਿਤੇ ਨਾ ਕਿਤੇ ਉਹ ਵੀ ਅੱਖਾਂ ਵਿਖਾਉਣਗੇ ਕਿ ਤੂੰ ਇਹ ਆਦਤ ਨਾ ਬਣਾ ਲਵੀਂ, ਰੋਜ਼ ਨਾ ਪੈਸੇ ਮੰਗਿਆ ਕਰ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈਗੀ ਆ ਇਹ ਤੁਹਾਨੂੰ ਵੇਖਣ ਨੂੰ ਮਿਲੇਗੀ। ਤੇ ਜਦੋਂ ਇਹ ਸਾਰੀ ਕਹਾਣੀ ਹੋ ਰਹੀ ਹੈ, ਪਹਿਲੀ ਵਾਰ ਤਾਂ ਵੇਖੋ, ਪਹਿਲੀ ਵਾਰ ਜਦੋਂ ਕਾਂਤਾ ਸੀਗੀ ਜਿਹੜੀ ਲਾਈਨ ਵਿੱਚ ਲੱਗੀ ਸੀਗੀ, ਅਮੀਰ ਗਰੀਬ ਸਾਰੇ ਲੱਗੇ ਸੀਗੇ। ਤੇ ਦੂਜੀ ਵਾਰ ਇਹ ਸਰਕਾਰੀ ਹਸਪਤਾਲ ਵਾਲੀ ਲਾਈਨ ਵਿੱਚ ਲੱਗਦੀ ਆ ਜਿੱਥੇ ਸਿਰਫ ਤੇ ਸਿਰਫ ਗਰੀਬ ਲੋਕ ਵੇਖਣ ਨੂੰ ਮਿਲਦੇ ਆ। ਤੇ ਤੁਸੀਂ ਵੇਖਿਆ ਜਿਵੇਂ ਕਿ ਟੀਚਰ ਸੀਗੇ, ਅਧਿਆਪਕ, ਵਪਾਰੀ ਵਰਗ, ਜਾਂ ਫਿਰ ਇਹਨਾਂ ਦੇ ਜਿਹੜੇ ਇਹ ਜਿਨ੍ਹਾਂ ਦੇ ਘਰੇ ਕੰਮ ਕਰ ਰਹੇ ਆ ਕਾਂਤਾ, ਉਹ ਵੀ ਉਸ ਲਾਈਨ ਵਿੱਚ ਲੱਗੇ ਹੋਏ ਸੀ। ਬਟ ਕੀ ਇਹ ਜਿਹੜੇ ਸਾਰੇ ਵਧੀਆ ਪਰਿਵਾਰ ਨਾਲ ਸੰਬੰਧ ਰੱਖਦੇ ਆ, ਕੀ ਇਹ ਸਰਕਾਰੀ ਜਿਹੜੇ ਹਸਪਤਾਲ ਵਾਲੀ ਜਿਹੜੀ ਲਾਈਨ ਹੁੰਦੀ ਆ ਉਹਦੇ ਵਿੱਚ ਲੱਗਣਗੇ? ਬਿਲਕੁਲ ਨਹੀਂ। ਸੋ ਜਦੋਂ ਇਹ ਸਾਰੀ ਗੱਲ ਹੋ ਜਾਂਦੀ ਹੈ ਤੇ ਪਹਿਲਾਂ ਤਾਂ ਇਹ ਐਕਸਾਈਟਡ ਸੀਗੀ ਸਟਾਰਟਿੰਗ ਦੇ ਦਿਨ ਵਿੱਚ ਕਿ ਸਾਰਿਆਂ ਨੂੰ ਸਮਾਨ ਅਧਿਕਾਰ ਜਾਂ ਫਿਰ ਕਹਿ ਲਓ ਕਿ ਇੱਕ ਵੋਟ ਮਿਲਿਆ ਹੋਇਆ, ਸਮਾਨਤਾ ਵੇਖਣ ਨੂੰ ਮਿਲਦੀ ਆ। ਤੇ ਇਹਦੀ ਐਕਸਾਈਟਮੈਂਟ ਘਟਦੀ ਗਈ ਤੇ ਇਹ ਸੈਟਿਸਫਾਈਡ ਨਹੀਂ ਸੀ ਕਿਉਂਕਿ ਇਹਨੇ ਫੀਲ ਕੀਤਾ ਕਿ ਇਹ ਜਿਹੜੀ ਲਾਈਨ ਵਿੱਚ ਮੈਂ ਲੱਗੀ ਹੋਈ ਹਾਂ, ਹਸਪਤਾਲ ਵਾਲੀ ਲਾਈਨ ਦੇ ਵਿੱਚ, ਇਹਦੇ ਵਿੱਚ ਸਿਰਫ ਮੈਂ ਹੀ ਲੱਗੀ ਹੋਈ ਹਾਂ, ਕੋਈ ਹੋਰ ਨਹੀਂ ਲੱਗੂਗਾ ਜਿਹੜੇ ਅਮੀਰ ਪਰਿਵਾਰਾਂ ਨਾਲ ਜਾਂ ਫਿਰ ਵਧੀਆ ਪਰਿਵਾਰ ਨਾਲ ਸੰਬੰਧ ਰੱਖਦੇ ਆ। ਜਿਵੇਂ ਗੱਲ ਲਿਖੀ ਵੀ ਹੋਈ ਹੈ ਕਿ ਇੱਥੇ ਸਿਰਫ ਗਰੀਬ ਲੋਕ ਹੀ ਵਿਖਣਗੇ। ਤੇ ਭਾਰਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਇੱਥੇ ਕੋਈ ਵੀ ਪਰਸਨ ਜਾਂ ਤਾਂ 18 ਸਾਲ ਦਾ ਹੋਵੇ ਜਾਂ ਤਾਂ 18 ਸਾਲ ਤੋਂ ਵੱਧ ਉਮਰ ਦਾ ਹੋਵੇ ਤੇ ਉਹਦੇ ਕੋਲ ਵੋਟਰ ਕਾਰਡ ਹੋਵੇ, ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਆ। ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਵੀ ਜਾਤੀ ਦਾ ਹੋਵੇ, ਅਮੀਰੀ ਗਰੀਬੀ ਵੀ ਨਹੀਂ ਵੇਖਦੇ ਆਪਾਂ। ਇਹਦਾ ਮਤਲਬ ਇਹ ਹੈ ਕਿ ਸਾਰਿਆਂ ਨੂੰ ਇੱਕ ਜਿਹੜਾ ਸਮਾਨ ਅਧਿਕਾਰ ਹੈਗਾ ਆ ਵੇਖਣ ਨੂੰ ਮਿਲਦਾ ਹੈ। ਤੇ ਇਸੇ ਗੱਲ ਨੇ ਕਾਂਤਾ ਨੂੰ ਵੋਟ ਪਾਉਣ ਲਈ ਵੀ ਉਤਸ਼ਾਹਿਤ ਕੀਤਾ ਸੀ। ਬਟ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਂਤਾ ਇੱਕ ਡੋਮੈਸਟਿਕ ਵਰਕਰ ਹੈਗੀ ਆ, ਉਹ ਕੰਮ ਤੋਂ ਛੁੱਟੀ ਵੀ ਨਹੀਂ ਲੈ ਸਕਦੀ ਤੇ ਲਾਸਟ ਵਿੱਚ ਉਹਨੂੰ ਲੰਬੀ ਲਾਈਨ ਵਿੱਚ ਖੜ ਕੇ ਆਪ ਦਾ ਦਿਨ ਖਤਮ ਕਰਨਾ ਪੈਂਦਾ ਆ ਤੇ ਜਿਹਦੇ ਨਾਲ ਉਹ ਬਿਲਕੁਲ ਵੀ ਸੈਟਿਸਫਾਈਡ ਨਹੀਂ ਹੁੰਦੀ। ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਆ। ਰੋਜ਼ਾਨਾ ਜੀਵਨ ਵਿੱਚ ਅਤੇ ਕੰਮ ਕਰਨ ਦੀਆਂ ਜਿਹੜੀਆਂ ਸਥਿਤੀਆਂ ਹੁੰਦੀਆਂ ਨੇ ਉਹ ਬਰਾਬਰ ਨਹੀਂ ਹੈਗੀਆਂ ਕਿਉਂਕਿ ਹੋ ਸਕਦਾ ਕਿ ਤੁਹਾਡੇ ਗੁਆਂਢ ਵਿੱਚ ਰਹਿੰਦਾ ਕੋਈ ਪਰਸਨ ਕੋਈ ਬਹੁਤ ਹੀ ਜ਼ਿਆਦਾ 4th ਗ੍ਰੇਡ ਦਾ ਕੰਮ ਕਰਦਾ ਹੋਵੇ, ਹੋ ਸਕਦਾ ਹੈ ਤੁਹਾਡੇ ਗੁਆਂਢ ਵਿੱਚ ਹੀ ਰਹਿੰਦਾ ਕੋਈ ਪਰਸਨ A ਗ੍ਰੇਡ ਜਾਂ ਫਿਰ B ਗ੍ਰੇਡ ਦੀ ਜਿਹੜੀ ਜੌਬ ਹੈਗੀ ਆ, ਮਤਲਬ ਵਧੀਆ ਵਾਈਟ ਕਾਲਰ ਜੌਬ ਕਰਦਾ ਹੋਵੇ, ਵਧੀਆ ਜੌਬ ਕਰਦਾ ਹੋਵੇ। ਸੋ ਇਹ ਕੁਝ ਤੁਹਾਨੂੰ ਅਸਮਾਨਤਾਵਾਂ ਵੇਖਣ ਨੂੰ ਮਿਲਦੀਆਂ ਨੇ। ਪਾਸਟ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਜਿਹੜੀ ਜਾਤ ਪ੍ਰਣਾਲੀ ਸੀਗੀ ਇਹ ਤੁਹਾਨੂੰ ਕੁਝ ਜ਼ਿਆਦਾ ਵੇਖਣ ਨੂੰ ਮਿਲਦੀ ਸੀਗੀ। ਹੌਲੀ ਹੌਲੀ ਟਾਈਮ ਦੇ ਨਾਲ ਇਹ ਜਿਹੜਾ ਸਿਸਟਮ ਹੈਗਾ ਆ ਜਾਤ ਪ੍ਰਣਾਲੀ ਵਾਲਾ, ਭਾਵ ਇਹ ਕਿ ਕੁਝ ਸਪੈਸੀਫਿਕ ਕਾਸਟ ਦੇ ਲੋਕਾਂ ਨਾਲ ਬਹੁਤ ਜ਼ਿਆਦਾ ਮਾੜੇ ਤਰੀਕੇ ਨਾਲ, ਬੁਰੇ ਤਰੀਕੇ ਨਾਲ ਵਿਵਹਾਰ ਕੀਤਾ ਜਾਂਦਾ ਸੀਗਾ, ਬਿਹੇਵ ਕੀਤਾ ਜਾਂਦਾ ਸੀਗਾ। ਬਟ ਅੱਜ ਦੇ ਦਿਨ ਵੀ ਪਿੰਡ ਵਿੱਚ, ਕਿਉਂਕਿ ਤੁਸੀਂ ਸਾਰੇ ਜਾਣੇ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹੋ, ਤੇ ਅੱਜ ਦੇ ਦਿਨ ਵਿੱਚ ਵੀ ਕੁਝ ਪਿੰਡ ਦੇ ਜਿਹੜੇ ਲੋਕ ਹੈਗੇ ਆ, ਕੁਝ ਇਸ ਤਰ੍ਹਾਂ ਦੀ ਜਾਤ ਜਿਹੜੀ ਪ੍ਰਣਾਲੀ ਹੈਗੀ ਆ, ਭੇਦਭਾਵ ਹੈਗਾ ਆ, ਵਿਤਕਰਾ ਹੈਗਾ ਆ, ਅਜੇ ਵੀ ਪਿੰਡਾਂ ਵਿੱਚ ਇਹ ਮਹਿਸੂਸ ਕੀਤਾ ਜਾਂਦਾ। ਲੋਕ ਜਿਹੜੇ ਹੈਗੇ ਨੇ ਇਹ ਵੱਧ ਇਹੋ ਜਿਹੀਆਂ ਚੀਜ਼ਾਂ ਅਨੁਭਵ ਕਰਦੇ ਨੇ। ਹੋ ਸਕਦਾ ਹੈ ਪਿੰਡ ਵਿੱਚ ਰਹਿੰਦੇ ਤੁਸੀਂ ਵੀ, ਜਿਹੜੇ ਸਾਥੀ ਇਸ ਵੀਡੀਓ ਨੂੰ ਵੇਖ ਰਹੇ ਆ, ਤੁਸੀਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਫੇਸ ਕੀਤੀਆਂ ਹੋਣ। ਤੇ ਸ਼ਹਿਰ ਵਿੱਚ ਕਹਿ ਸਕਦੇ ਹਾਂ ਕਿ ਕੁਝ ਇਸ ਤਰ੍ਹਾਂ ਦੇ ਜਿਹੜੇ ਲੋਕ ਹੈਗੇ ਨੇ ਜੀ, ਜਿਹੜੇ ਕਿ ਕਹਿ ਸਕਦੇ ਹਾਂ ਪੜ੍ਹੇ ਲਿਖੇ ਲੋਕ ਹੁੰਦੇ ਨੇ, ਉਹ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਰੱਖਦੇ। ਬਟ ਮੈਂ ਇੱਥੇ ਕਿਹਾ ਕੁਝ ਮਤਲਬ ਕਿ ਕੁਝ ਤਾਂ ਕਰਦੇ ਹੋਣੇ ਆ, ਬਿਲਕੁਲ ਕਰਦੇ ਆ। ਜਿਵੇਂ ਕਿ ਇਹ ਗੱਲ ਪੂਰੀ ਤਰ੍ਹਾਂ ਇੱਥੇ ਦੱਸਿਆ ਹੋਇਆ ਕਿ ਸੱਚ ਨਹੀਂ ਹੈਗੀ। ਕਈ ਵਾਰ ਤੁਸੀਂ ਅਖਬਾਰਾਂ ਵਿੱਚ ਐਡਵਰਟਾਈਜ਼ਮੈਂਟ ਵੇਖੀ ਹੋਊਗੀ। ਮੈਂ ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਿਹਾ? ਮੈਂ ਵਿਆਹ ਵਾਲੀਆਂ ਐਡਵਰਟਾਈਜ਼ਮੈਂਟ ਦੀ ਗੱਲ ਕਰ ਰਿਹਾ ਕਿ ਇਹਦੇ ਵਿੱਚ ਕੁਝ ਤੁਹਾਨੂੰ ਐਗਜ਼ਾਮਪਲਸ ਵੇਖਣ ਨੂੰ ਮਿਲਦੀਆਂ ਨੇ ਕਿ ਕੁੜੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਕਈ ਵਾਰ ਤਾਂ ਸਪੈਸੀਫਿਕ ਕਾਸਟ ਵੀ ਮੈਂਸ਼ਨ ਕੀਤੀ ਹੁੰਦੀ ਹੈ ਕਿ ਸਾਨੂੰ ਇਸ ਸਪੈਸੀਫਿਕ ਕਾਸਟ ਦੀ ਹੀ ਕੁੜੀ ਚਾਹੀਦੀ ਹੈ ਵਿਆਹ ਕਰਵਾਉਣ ਲਈ। ਤੁਸੀਂ ਕੋਈ ਵੀ ਅਖਬਾਰ ਅੱਜ ਹੀ ਚੁੱਕ ਲਿਓ, ਕੋਈ ਅੰਗਰੇਜ਼ੀ ਅਖਬਾਰ, ਹਿੰਦੀ ਅਖਬਾਰ, ਪੰਜਾਬੀ ਅਖਬਾਰ, ਜਿੱਥੇ ਐਡਵਰਟਾਈਜ਼ਮੈਂਟ ਵਾਲਾ ਸੈਕਸ਼ਨ ਹੁੰਦਾ ਆ, ਤੁਸੀਂ ਉੱਥੇ ਵੇਖ ਸਕਦੇ ਹੋ ਕਿ ਉੱਥੇ ਉਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਆ ਕਿ ਬਈ ਲੜਕੀ ਜਿਹੜੀ ਹੈਗੀ ਆ ਵੈਲ ਕੁਆਲੀਫਾਈਡ ਹੋਵੇ, ਇਸ ਸਪੈਸੀਫਿਕ ਕਾਸਟ ਨਾਲ ਸੰਬੰਧ ਰੱਖਦੀ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਦਾਹਰਨਾਂ ਨੇ, ਐਗਜ਼ਾਮਪਲਸ ਨੇ, ਮਤਲਬ ਜਿਹੜੀ ਐਡਵਰਟਾਈਜ਼ਮੈਂਟ ਇਹ ਦਿੱਤੀ ਗਈ ਹੈ ਅਖਬਾਰ ਦੇ ਵਿੱਚ, ਇਹ ਕੀ ਅਨਪੜ੍ਹ ਲੋਕਾਂ ਨੇ ਦਿੱਤੀ ਹੈ? ਬਿਲਕੁਲ ਨਹੀਂ, ਇਹ ਤਾਂ ਪੜ੍ਹੇ ਲਿਖੇ ਲੋਕਾਂ ਨੇ ਦਿੱਤੀ ਹੈ ਨਾ। ਸੋ ਆਪਾਂ ਇਹ ਕਿਵੇਂ ਮੰਨ ਲਈਏ ਕਿ ਪੜ੍ਹਨ ਲਿਖਣ ਦੇ ਨਾਲ ਜਿਹੜਾ ਵਿਤਕਰਾ ਹੈਗਾ ਆ, ਜਿਹੜਾ ਤੁਹਾਡੇ ਮਨ ਜਾਂ ਫਿਰ ਦਿਮਾਗ ਵਿੱਚ ਭੇਦਭਾਵ ਜਿਹੜਾ ਕੀਤਾ ਜਾਂਦਾ ਉਹ ਘਟੂਗਾ ਜਾਂ ਨਹੀਂ ਘਟੂਗਾ? ਇਹ ਤਾਂ ਆਪਾਂ ਡਿਸਾਈਡ ਨਹੀਂ ਕਰ ਸਕਦੇ ਕਿਉਂਕਿ ਪੜ੍ਹੇ ਲਿਖੇ ਲੋਕ ਵੀ ਸਪੈਸੀਫਿਕ ਕਾਸਟ ਵਗੈਰਾ ਮੈਂਸ਼ਨ ਕਰ ਦਿੰਦੇ ਆ ਕਿ ਸਾਨੂੰ ਕੁਝ ਇਸ ਤਰ੍ਹਾਂ ਦੀ ਕੁੜੀ ਜਾਂ ਫਿਰ ਮੁੰਡਾ
ਚਾਹੀਦਾ ਹੈਗਾ ਆ। ਸੋ ਉਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਕਿ ਮਤਲਬ ਪੂਰੀ ਤਰ੍ਹਾਂ ਸੱਚ ਨਹੀਂ ਹੈਗੀ। ਕਿਹੜੀ ਗੱਲ ਸੱਚ ਨਹੀਂ ਹੈਗੀ? ਕਿ ਜਿਹੜੇ ਪੜ੍ਹੇ ਲਿਖੇ ਲੋਕ ਹੋਣਗੇ, ਸ਼ਹਿਰਾਂ ਦੇ ਲੋਕ ਹੋਣਗੇ, ਉੱਥੇ ਭੇਦਭਾਵ ਜਾਂ ਫਿਰ ਵਿਤਕਰਾ ਨਹੀਂ ਕੀਤਾ ਜਾਊਗਾ। ਨੋ ਡਾਊਟ ਸੰਵਿਧਾਨ ਨੇ ਕਾਫੀ ਸਾਰੇ ਅਧਿਕਾਰ ਦਿੱਤੇ ਨੇ ਸਮਾਨਤਾ ਦੇ ਰੂਪ ਵਿੱਚ, ਬਟ ਫਿਰ ਵੀ ਗਰਾਊਂਡ ਲੈਵਲ 'ਤੇ ਕੁਝ ਨਾ ਕੁਝ ਤੁਹਾਨੂੰ ਥੋੜ੍ਹਾ ਬਹੁਤ ਜਿਹੜਾ ਡਿਫਰੈਂਸ ਹੈਗਾ ਆ ਇਹ ਵੇਖਣ ਨੂੰ ਮਿਲਦਾ ਆ। ਇੱਕ ਇੱਥੇ ਕਹਾਣੀ ਦੱਸੀ ਗਈ ਆ ਕਿਹਦੀ? ਓਮ ਪ੍ਰਕਾਸ਼ ਵਾਲਮੀਕੀ ਦੀ। ਕਿਹਦੀ ਕਹਾਣੀ ਦੱਸੀ ਗਈ ਹੈ ਜੀ? ਓਮ ਪ੍ਰਕਾਸ਼ ਵਾਲਮੀਕੀ ਨਾਮ ਦੇ ਪਰਸਨ ਦੀ ਜਿਹੜੀ ਕਹਾਣੀ ਹੈਗੀ ਆ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ। ਇੱਥੇ ਇਹਨਾਂ ਦਾ ਜਨਮ ਕਹਿ ਸਕਦੇ ਹਾਂ 1950 ਵਿੱਚ ਹੋਇਆ ਅਤੇ ਇਹਨਾਂ ਦੀ ਜਿਹੜੀ ਡੈਥ ਹੈਗੀ ਆ 2013 ਵਿੱਚ ਹੋਈ। ਇਹ ਇੱਕ ਪ੍ਰਸਿੱਧ ਦਲਿਤ ਲੇਖਕ ਹੈਗੇ ਆ, ਇੱਕ ਦਲਿਤ ਰਾਈਟਰ ਹੈਗੇ ਆ ਜੀ। ਇਹਨਾਂ ਨੇ ਇੱਕ ਸਵੈ ਜੀਵਨੀ ਆਟੋਬਾਇਓਗ੍ਰਾਫੀ ਲਿਖੀ ਹੈ। ਆਟੋਬਾਇਓਗ੍ਰਾਫੀ ਦਾ ਕੀ ਨਾਮ ਹੈਗਾ ਜੀ? ਜੂਠਨ ਉਹਨਾਂ ਦੀ ਆਟੋਬਾਇਓਗ੍ਰਾਫੀ ਦਾ ਨਾਮ ਹੈਗਾ ਆ, ਜਿਹੜੀ ਇਹਨਾਂ ਨੇ ਸਵੈ ਜੀਵਨੀ ਲਿਖੀ ਹੋਈ ਹੈ। ਤੇ ਜੂਠਨ ਦੇ ਵਿੱਚ ਇਹਨਾਂ ਨੇ ਆਪਦੇ ਬਚਪਨ ਦੀ ਕਹਾਣੀ ਦਾ ਕਹਿ ਸਕਦੇ ਹਾਂ ਡਿਸਕ੍ਰਾਈਬ ਕੀਤਾ ਹੋਇਆ। ਇਸ ਜੂਠਨ ਕਹਿ ਸਕਦੇ ਹਾਂ ਜੂਠਨ ਕਿਤਾਬ ਦੇ ਆਥਰ ਕੌਣ ਹੈਗੇ ਆ ਜੀ? ਓਮ ਪ੍ਰਕਾਸ਼ ਵਾਲਮੀਕੀ। ਤੇ ਓਮ ਪ੍ਰਕਾਸ਼ ਵਾਲਮੀਕੀ ਜੀ ਨੇ ਆਪਦੇ ਬਾਰੇ ਉਹਨਾਂ ਨਾਲ ਕੀ ਹੋਇਆ ਜਦੋਂ ਉਹ ਸਕੂਲ ਵਿੱਚ ਪੜ੍ਹਦੇ ਸੀਗੇ, ਇਹਨਾਂ ਨਾਲ ਕਿਵੇਂ ਵਿਤਕਰਾ ਭੇਦਭਾਵ ਕੀਤਾ ਜਾਂਦਾ ਸੀਗਾ, ਸਾਰੀਆਂ ਗੱਲਾਂ ਦੀ ਜਿਹੜੀ ਜਾਣਕਾਰੀ ਹੈਗੀ ਆ ਇਹਨਾਂ ਦੀ ਕਿਤਾਬ ਜੂਠਨ ਵਿੱਚ ਵੇਖਣ ਨੂੰ ਮਿਲਦੀ ਆ। ਤੇ ਇਹ ਦੱਸਦੇ ਆ ਕਿ ਕਲਾਸ ਵਿੱਚ ਇਹਨਾਂ ਨੂੰ ਬਾਕੀ ਬੱਚਿਆਂ ਤੋਂ ਦੂਰ ਬੈਠਣਾ ਪੈਂਦਾ ਸੀਗਾ। ਤੇ ਜਦੋਂ ਇਹ ਬੈਠਦੇ ਸੀਗੇ ਕਹਿ ਸਕਦੇ ਆ ਕਿ ਟਾਟ ਪੱਟੀ ਜਾਂ ਫਿਰ ਜਿਹੜੀ ਦਰੀ ਹੁੰਦੀ ਆ ਉਹ ਖਤਮ ਹੋ ਜਾਂਦੀ ਸੀਗੀ। ਭਾਵ ਇਹ ਕਿ ਇਹਨਾਂ ਨੂੰ ਕਲਾਸ ਵਿੱਚ ਥੱਲੇ ਬੈਠਣਾ ਪੈਂਦਾ ਸੀਗਾ ਤੇ ਦਰਵਾਜ਼ੇ ਦੇ ਕਹਿ ਸਕਦੇ ਆ ਬਿਲਕੁਲ ਹੀ ਨਾਲ ਬੈਠਣਾ ਪੈਂਦਾ ਸੀਗਾ ਜਿੱਥੋਂ ਆਪਾਂ ਐਂਟਰ ਕਰਦੇ ਹਾਂ। ਸੋ ਇਹ ਜਿਹੜੀ ਕਹਾਣੀ ਹੈਗੀ ਆ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਕਿ ਇਹਨਾਂ ਨਾਲ ਕਿਸ ਤਰ੍ਹਾਂ ਭੇਦਭਾਵ ਕੀਤਾ ਜਾਂਦਾ ਸੀਗਾ ਤੇ ਬਿਨਾਂ ਕਿਸੇ ਕਾਰਨ ਤੋਂ ਇਹਨਾਂ ਨੂੰ ਕੁੱਟ ਪੈ ਜਾਂਦੀ ਸੀਗੀ। ਇੱਕ ਵਾਰ ਕਹਿ ਸਕਦੇ ਹਾਂ ਕਿ ਚੌਥੀ ਜਮਾਤ ਵਿੱਚ ਹੈਗੇ ਸੀ ਤੇ ਹੈੱਡ ਮਾਸਟਰ ਨੇ ਖੇਡ ਦੇ ਮੈਦਾਨ ਵਿੱਚ ਇਹਨਾਂ ਨੂੰ ਝਾੜੂ ਮਾਰਨ ਲਈ ਕਿਹਾ ਤੇ ਝਾੜੂ ਲਵਾਉਂਦੇ ਹੀ ਰਹੇ। ਮਤਲਬ ਸਾਰੇ ਬੱਚੇ ਪੜ੍ਹ ਰਹੇ ਸੀ ਤੇ ਇਹ ਝਾੜੂ ਲਾ ਰਹੇ ਸੀਗੇ ਇਕੱਲੇ ਪਰਸਨ। ਤੁਸੀਂ ਆਪ ਸੋਚੋ ਕਿ ਕਿੰਨਾ ਜ਼ਿਆਦਾ ਅੱਜ ਦੇ ਟਾਈਮ ਵਿੱਚ ਜੇ ਕਿਸੇ ਸਟੂਡੈਂਟ ਨਾਲ ਇਸ ਤਰ੍ਹਾਂ ਬਿਹੇਵ ਕੀਤਾ ਜਾਵੇ ਤੇ ਕੀ ਮੈਸੇਜ ਆਊਗਾ ਬਾਕੀ ਬੱਚਿਆਂ ਨੂੰ? ਮਤਲਬ ਬਾਕੀ ਬੱਚੇ ਵੀ ਤਾਂ ਓਬਜ਼ਰਵ ਕਰਦੇ ਹੀ ਆ ਨਾ। ਸੋ ਇਸ ਤਰ੍ਹਾਂ ਦਾ ਭੇਦਭਾਵ ਇਹਨਾਂ ਨੇ ਫੇਸ ਕੀਤਾ ਸੀਗਾ। ਸੋ ਇਹਨਾਂ ਨੇ ਕਿਹਾ ਕਿ ਮੈਨੂੰ ਪਾਣੀ ਪੀਣ ਦੀ ਵੀ ਇਜਾਜ਼ਤ ਨਹੀਂ ਸੀਗੀ। ਤੁਸੀਂ ਸੋਚੋ ਕਿ ਪਰਸਨ ਨੂੰ ਜਿਹੜਾ ਨੋਰਮਲ ਪਾਣੀ ਹੁੰਦਾ ਆ, ਪਾਣੀ ਪੀਣ ਦੀ ਵੀ ਇਜਾਜ਼ਤ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਨਹੀਂ ਦਿੱਤੀ ਗਈ ਸੀਗੀ। ਇੱਕ ਦਿਨ ਇਹਨਾਂ ਨੂੰ ਝਾੜੂ ਲਾਉਂਦਿਆਂ ਨੂੰ ਮਤਲਬ ਹੈੱਡ ਮਾਸਟਰ ਨੇ ਕਹਿ ਦਿੱਤਾ ਵੀ ਝਾੜੂ ਲਗਾ ਤੂੰ ਸਾਰੇ ਸਕੂਲ ਦਾ ਗਰਾਊਂਡ ਦਾ। ਤੇ ਇਹਨਾਂ ਦੇ ਪਿਤਾ ਨੇ ਵੇਖ ਲਿਆ ਤੇ ਇਹਨਾਂ ਦੇ ਪਿਤਾ ਨੇ ਕੀ ਕੀਤਾ? ਇਹਨਾਂ ਦੇ ਪਿਤਾ ਨੇ ਫੇਸ ਕੀਤਾ ਉਸ ਹੈੱਡ ਮਾਸਟਰ ਨੂੰ ਕਿ ਤੁਸੀਂ ਟੀਚਰ ਹੋ ਕੇ ਇਸ ਤਰ੍ਹਾਂ ਕਰ ਰਹੇ ਹੋ। ਸੋ ਮਤਲਬ ਵੇਖੋ ਕਿ ਇਹਨਾਂ ਨੇ ਫੇਸ ਕੀਤਾ, ਆਪਦੇ ਬੱਚੇ ਦਾ ਪੱਖ ਲਿਆ ਕਿ ਵੀ ਤੁਸੀਂ ਇਹ ਪੜ੍ਹਨ ਆਉਂਦਾ ਇੱਥੇ, ਝਾੜੂ ਲਾਉਣ ਤਾਂ ਆਉਂਦਾ ਨਹੀਂ। ਮਤਲਬ ਇੱਥੇ ਪੜ੍ਹਨ ਆਇਆ ਤੇ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ? ਝਾੜੂ ਲਵਾ ਰਹੇ ਹੋ ਤੁਸੀਂ। ਸੋ ਮਤਲਬ ਉਹਦੇ ਪਿਤਾ ਨੇ ਵੀ ਸਾਈਡ ਲਈ ਸੀ, ਸਾਹਮਣਾ ਕੀਤਾ ਸੀਗਾ ਓਮ ਪ੍ਰਕਾਸ਼ ਵਾਲਮੀਕੀ ਦੇ ਪਿਤਾ ਨੇ ਅਧਿਆਪਕਾਂ ਦੇ ਸਾਹਮਣੇ। ਸੋ ਇੱਕ ਦੂਜੀ ਕਹਾਣੀ ਵੀ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਇਹ ਰੀਅਲ ਲਾਈਫ ਸਿਚੁਏਸ਼ਨ ਦੇ ਆਧਾਰਿਤ ਘਟਨਾ ਹੈਗੀ ਆ। ਹੋ ਸਕਦਾ ਕਿ ਮੈਂ ਨਾਮ ਇੱਥੇ ਇਸ ਕਹਾਣੀ ਦੇ ਵਿੱਚ ਚੇਂਜ ਕੀਤੇ ਹੋਣ ਕਿਉਂਕਿ ਜਿਹੜੀਆਂ NCERT ਦੀਆਂ ਕਿਤਾਬਾਂ ਹੁੰਦੀਆਂ ਨੇ ਇਹਦੇ ਵਿੱਚ ਕਾਫੀ ਹੱਦ ਤੱਕ ਸਾਰੀਆਂ ਗੱਲਾਂ ਸੱਚ ਹੀ ਦੱਸੀਆਂ ਹੁੰਦੀਆਂ ਨੇ, ਬਟ ਉਹਨਾਂ ਨੇ ਨਾਮ ਵੀ ਕਈ ਵਾਰ ਚੇਂਜ ਕਰ ਦਿੱਤੇ ਹੁੰਦੇ ਆ। ਤੇ ਇੱਕ ਵਾਪਰੀ ਘਟਨਾ ਤੇ ਉੱਤੇ ਆਧਾਰਿਤ ਹੈਗੀ ਆ ਕਿ ਸ਼੍ਰੀਮਤੀ ਅਤੇ ਸ਼੍ਰੀਮਾਨ ਅੰਸਾਰੀ ਨਾਮ ਤੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕਿ ਇਹ ਕਿਹੜੀ ਕਮਿਊਨਿਟੀ ਨੂੰ ਸੰਬੰਧ ਰੱਖਦੇ ਹੋਣੇ ਆ। ਸ਼ਹਿਰ ਵਿੱਚ ਕਿਰਾਏ ਤੇ ਲੈਣ ਲਈ ਇਹਨਾਂ ਨੂੰ ਇੱਕ ਅਪਾਰਟਮੈਂਟ ਚਾਹੀਦਾ ਸੀਗਾ। ਤੇ ਤੁਹਾਨੂੰ ਮੈਂ ਇਹ ਵੀ ਗੱਲ ਦੱਸ ਦਵਾਂ ਕਿ ਇਹ ਕੋਈ ਗਰੀਬ ਪਰਿਵਾਰ ਨਾਲ ਸੰਬੰਧ ਨਹੀਂ ਰੱਖਦੇ। ਇਹਨਾਂ ਕੋਲ ਅੱਛੇ ਪੈਸੇ ਹੈਗੇ ਆ, ਇਹ ਵਧੀਆ ਪੈਸੇ ਦੇਣ ਨੂੰ ਵੀ ਰਾਜ਼ੀ ਹੈਗੇ ਆ। ਜੇਕਰ ਇਹਨਾਂ ਨੂੰ ਕੋਈ ਕਮਰਾ ਮਿਲਦਾ ਹੋਵੇ ਪੈਸੇ ਇਹ ਵਧੀਆ ਦੇ ਸਕਦੇ ਆ। ਬਟ ਜਦੋਂ ਇਹ ਜਾਂਦੇ ਆ ਕਿਸੇ ਇੱਕ ਡੀਲਰ ਮਿਲ ਜਾਂਦਾ ਇਹਨਾਂ ਨੂੰ, ਡੀਲਰ ਕਹਿੰਦਾ ਕਿ ਚਲੋ ਠੀਕ ਹੈ ਜੀ ਮੈਂ ਤੁਹਾਨੂੰ ਕਮਰਾ ਦਵਾ ਦਿੰਦਾ। ਤੇ ਇਹ ਜਾਂਦੇ ਆ 2-3 ਜਣਿਆਂ ਨਾਲ ਗੱਲ ਕਰਦੇ ਆ ਤੇ ਇੱਕ ਜਿਹੜਾ ਪਰਸਨ ਹੁੰਦਾ ਆ ਇਹ ਕਹਿੰਦੇ ਕਿ ਵੀ ਸਾਡੇ ਇਸ ਗਵਾਂਢ ਵਿੱਚ ਸਾਰੇ ਵੈਜੀਟੇਰੀਅਨ ਲੋਕ ਰਹਿੰਦੇ ਆ, ਕੋਈ ਵੀ ਮਾंस ਨਹੀਂ ਖਾਂਦਾ ਤੇ ਅਸੀਂ ਤੁਹਾਨੂੰ ਮਕਾਨ ਦੇ ਕੇ ਇਹ ਜਿਹੜਾ ਮੁਹੱਲਾ ਹੈਗਾ ਆ ਜਾਂ ਫਿਰ ਜਿੱਥੇ ਵੀ ਆਪਾਂ ਰਹਿ ਰਹੇ ਹਾਂ ਇੱਥੇ ਅਸੀਂ ਤੁਹਾਨੂੰ ਮਕਾਨ ਨਹੀਂ ਦੇਣਾ ਚਾਹੁੰਦੇ। ਤੇ ਸੇਮ ਡੇ ਹੀ, ਇਹ ਵੈਸੇ ਹੈਰਾਨੀ ਵਾਲੀ ਗੱਲ ਸੀਗੀ ਕਿਉਂਕਿ ਸੇਮ ਡੇ ਹੀ ਜਿੱਥੋਂ ਇਹ ਗੱਲ ਚੱਲ ਰਹੀ ਆ, ਜਿਹੜੇ ਇਹਨਾਂ ਨੂੰ ਮਕਾਨ ਦੇਣ ਤੋਂ ਨਾ ਕਰ ਰਹੇ ਸੀਗੇ ਉਹਨਾਂ ਦੇ ਗੁਆਂਢ ਵਿੱਚ ਹੀ ਮੱਛੀ ਦੀ ਪਕਾਉਣ ਦੀ ਸਮੈਲ ਆ ਰਹੀ ਸੀਗੀ। ਸੋ ਮਤਲਬ ਸਿਰਫ ਨਾਮ ਡਿਫਰੈਂਟ ਹੋਣ ਕਰਕੇ
ਕੋਈ ਪਰਸਨ ਵੱਖਰੀ ਜਾਤੀ ਨਾਲ ਸੰਬੰਧ ਰੱਖਦਾ ਆ, ਵੱਖਰੇ ਧਰਮ ਨਾਲ ਸੰਬੰਧ ਰੱਖਦਾ, ਸਿਰਫ ਇਸ ਕਰਕੇ ਉਹਨਾਂ ਨੂੰ ਨਾ ਕਰ ਦਿੱਤੀ ਗਈ ਕਿ ਮਤਲਬ ਨਾ ਤਾਂ ਕੰਪਲੀਟਲੀ ਨਹੀਂ ਕਹਿ ਸਕਦੇ, ਇੱਕ ਅਜੀਬ ਜਿਹਾ ਬਹਾਨਾ ਲਗਾਇਆ ਗਿਆ ਕਿ ਅਸੀਂ ਕਿਸੇ ਮਾਸਾਹਾਰੀ ਬੰਦੇ ਨੂੰ ਇਹ ਜਿਹੜਾ ਕਮਰਾ ਹੈਗਾ ਆ ਨਹੀਂ ਦੇਵਾਂਗੇ। ਤੇ ਦੂਜੇ ਤੀਜੇ ਅਪਾਰਟਮੈਂਟ ਵਿੱਚ ਵੀ ਇਹੀ ਬਹਾਨਾ ਦੁਹਰਾਇਆ ਗਿਆ, ਲਗਾਇਆ ਗਿਆ, ਕਿਉਂਕਿ ਪਹਿਲਾਂ ਤਾਂ ਉਹ ਰਾਜ਼ੀ ਹੋ ਜਾਂਦੇ ਸੀਗੇ ਕਿ ਠੀਕ ਹੈ ਜੀ ਇਹ ਕਮਰਾ ਲੈ ਸਕਦੇ ਆ, ਬਟ ਜਦੋਂ ਉਹਨਾਂ ਨੂੰ ਉਹਨਾਂ ਦੇ ਨਾਮ ਦਾ ਪਤਾ ਲੱਗਦਾ ਸੀਗਾ ਸ਼੍ਰੀਮਤੀ ਅਤੇ ਸ਼੍ਰੀਮਾਨ ਅੰਸਾਰੀ ਦਾ, ਤੇ ਉਦੋਂ ਉਹ ਕੋਈ ਹੋਰ ਹੀ ਪੁੱਠਾ ਸਿੱਧਾ ਜਿਹਾ ਬਹਾਨਾ ਲਗਾ ਦਿੰਦੇ ਸੀਗੇ। ਤੇ ਲਾਸਟ ਤੇ ਪ੍ਰੋਪਰਟੀ ਜਿਹੜਾ ਡੀਲਰ ਸੀਗਾ ਉਹਨੇ ਸਲਾਹ ਦਿੱਤੀ ਕਿ ਤੁਸੀਂ ਆਪਦਾ ਨੇਮ ਚੇਂਜ ਕਰ ਲਓ। ਨੇਮ ਕੀ ਰੱਖੋ? ਨੇਮ ਰੱਖ ਲਓ ਜੀ ਮਿਸਟਰ ਅਤੇ ਮਿਸਿਜ਼ ਕੁਮਾਰ। ਸੋ ਇਹਦੇ ਨਾਲ ਤੁਹਾਨੂੰ ਕਮਰਾ ਚੇਂਜ ਕਰਨ ਦੇ ਵਿੱਚ, ਕਮਰਾ ਲੈਣ ਵਿੱਚ ਕੋਈ ਵੀ ਦਿੱਕਤ ਨਹੀਂ ਆਊਗੀ। ਸੋ ਉਹਨਾਂ ਨੇ ਸੋਚਿਆ ਕਿ ਯਾਰ ਅਸੀਂ ਕਿਉਂ ਨੇਮ ਚੇਂਜ ਕਰੀਏ ਆਪਦਾ। ਸੋ ਇਹ ਵੇਖ ਸਕਦੇ ਹੋ ਕਿ ਅੰਸਾਰੀ ਅਤੇ ਓਮ ਪ੍ਰਕਾਸ਼ ਵਾਲਮੀਕੀ ਨਾਲ ਕੀ ਕੀਤਾ ਗਿਆ, ਇੱਥੇ ਭੇਦਭਾਵ ਕੀਤਾ ਗਿਆ। ਦੋਵੇਂ ਬਰਾਬਰ ਸਨਮਾਨ ਅਤੇ ਸਤਿਕਾਰ ਦੇ ਹੱਕਦਾਰ ਹੈਗੇ ਆ, ਬਟ ਫਿਰ ਵੀ ਉਹਨਾਂ ਨਾਲ ਕਹਿ ਸਕਦੇ ਹਾਂ ਕਿ ਭੇਦਭਾਵ ਜਾਂ ਫਿਰ ਜਿਹੜਾ ਵਿਤਕਰਾ ਹੈਗਾ ਆ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਐਂਡ ਆਪਣੇ ਭਾਰਤੀ ਲੋਕਤੰਤਰ ਦੇ ਵਿੱਚ, ਭਾਰਤੀ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਸਮਾਨ ਅਧਿਕਾਰ ਵੇਖਣ ਨੂੰ ਮਿਲਦੇ ਹੈਗੇ ਆ। ਜਿਵੇਂ ਭਾਰਤੀ ਸੰਵਿਧਾਨ ਹਰ ਵਿਅਕਤੀ ਨੂੰ ਕੀ ਮੰਨਦਾ ਹੈ ਜੀ, ਹਰ ਵਿਅਕਤੀ ਨੂੰ ਬਰਾਬਰ ਮੰਨਦਾ ਹੈ ਕਿ ਜਿਹੜੇ ਸਾਰੇ ਵਿਅਕਤੀ ਨੇ ਉਹ ਕੀ ਨੇ ਜੀ, ਸਾਰੇ ਵਿਅਕਤੀ ਬਰਾਬਰ ਹੈਗੇ ਨੇ ਆਪਣੇ ਕਿੱਥੇ ਜੀ, ਆਪਣੇ ਭਾਰਤ ਦੇ ਵਿੱਚ। ਬਟ ਕੀ ਸਿਰਫ ਬਰਾਬਰ ਮੰਨਣ ਨਾਲ ਅਸਮਾਨਤਾ ਖਤਮ ਹੋ ਜਾਂਦੀ ਹੈ? ਬਿਲਕੁਲ ਨਹੀਂ। ਫਿਰ ਵੀ ਤੁਹਾਨੂੰ ਕੁਝ ਅਸਮਾਨਤਾਵਾਂ ਜਿਹੜੀਆਂ ਹੈਗੀਆਂ ਨੇ ਜੀ ਵੇਖਣ ਨੂੰ ਮਿਲਦੀਆਂ ਨੇ, ਜਿਵੇਂ ਅਮੀਰੀ ਗਰੀਬੀ ਕਹਿ ਸਕਦੇ ਹਾਂ, ਇਹ ਵੀ ਇੱਕ ਅਸਮਾਨਤਾ ਹੈਗੀ ਆ। ਇਸੇ ਤਰ੍ਹਾਂ ਹੀ ਕਿੰਨੀਆਂ ਅਸਮਾਨਤਾਵਾਂ, ਅਨਇਕੁਐਲਿਟੀਜ਼ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਇਕੁਅਲ ਓਪਰਚੁਨਿਟੀਜ਼ ਮਿਲਣ ਤੇ ਬਾਅਦ ਵੀ। ਹੁਣ ਇੱਕ 1975 ਦੇ ਵਿੱਚ ਇਹਨਾਂ ਨੇ ਡਿਗਨਿਟੀ ਆਫ ਲੇਬਰ ਦੀ ਇੱਕ ਗੱਲ ਕੀਤੀ ਹੈ ਕਿ 1975 ਦੇ ਵਿੱਚ ਇੱਕ ਮੂਵੀ ਆਈ ਸੀਗੀ ਦੀਵਾਰ, ਜਿਹੜੀ ਕਿ ਅਮਿਤਾਭ ਬੱਚਨ ਦੀ ਹੈਗੀ ਆ। ਅਮਿਤਾਭ ਬੱਚਨ ਹਜੇ ਨਿੱਕਾ ਹੁੰਦਾ ਆ, 10-12 ਸਾਲਾਂ ਦਾ, ਬੂਟ ਪਾਲਿਸ਼ ਕਰਦਾ ਹੁੰਦਾ ਤੇ ਇੱਕ ਪਰਸਨ ਆਉਂਦਾ ਉਹਦੇ ਕੋਲ, ਕਹਿੰਦਾ ਬੂਟ ਪਾਲਿਸ਼ ਕਰਦੇ। ਜਦੋਂ ਅਮਿਤਾਭ ਬੱਚਨ ਬੂਟ ਪਾਲਿਸ਼ ਕਰ ਦਿੰਦਾ ਤੇ ਉਹ ਜਿਹੜਾ ਬੰਦਾ ਹੁੰਦਾ ਉਹ ਉਹਨੂੰ ਜਿਹੜੇ ਪੈਸੇ ਹੈਗੇ ਆ, ਉਹ ਸਿੱਕੇ ਜਿਹੜੇ ਵੀ ਹੁੰਦੇ ਆ ਉਹ ਸਿੱਟ ਦਿੰਦਾ ਉਹਦੇ ਸਾਹਮਣੇ, ਉਹਦੇ ਮੂੰਹ ਤੇ ਸਿੱਟ ਦਿੰਦਾ। ਤੇ ਉਹਦੇ ਵਿੱਚ ਜਿਹੜਾ ਲੜਕਾ ਹੁੰਦਾ ਪੂਰੇ ਰੋਬ ਜੇ ਨਾਲ ਕਹਿੰਦਾ ਹੁੰਦਾ ਕਿ ਬਈ ਮੈਂ ਕਿਉਂ ਇਹ ਪੈਸੇ ਲਵਾਂ, ਮੈਂ ਤਾਂ ਮਿਹਨਤ ਕੀਤੀ ਆ, ਮੈਂ ਤੇਰੇ ਤੋਂ ਕੋਈ ਭੀਖ ਥੋੜਾ ਲੈ ਰਿਹਾ, ਮਤਲਬ ਮੈਂ ਮਿਹਨਤ ਦੇ ਪੈਸੇ ਲੈ ਰਿਹਾ ਤੇ ਤੂੰ ਮੈਨੂੰ ਹੱਥ ਵਿੱਚ ਫੜਾ। ਤੇ ਉਹ ਪਰਸਨ ਉਸ ਗੱਲ ਨੂੰ ਮਤਲਬ ਸਮਝ ਜਾਂਦਾ ਤੇ ਉਸ ਪੈਸੇ ਨੂੰ ਅਮਿਤਾਭ ਬੱਚਨ ਦੇ ਹੱਥ ਵਿੱਚ ਬੜੇ ਹੀ ਰਿਸਪੈਕਟਫੁਲ ਤਰੀਕੇ ਨਾਲ ਫੜਾਉਂਦਾ ਆ। ਸੋ ਇਸ ਕਹਾਣੀ ਦੇ ਥਰੂ ਵੀ ਇੱਕ ਡਿਗਨਿਟੀ ਆਫ ਲੇਬਰ ਕੀ ਸਾਰਿਆਂ ਦੀ ਰਿਸਪੈਕਟ ਹੋਣੀ ਚਾਹੀਦੀ ਆ, ਇਹ ਗੱਲ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਆਪਾਂ ਗੱਲ ਕਰਦੇ ਹਾਂ ਸੰਸਦ ਪਾਰਲੀਮੈਂਟ ਦੀ। ਸੰਸਦ ਕੀ ਹੈ ਜੀ, ਫਾਊਂਡੇਸ਼ਨ ਹੈਗਾ ਆ ਆਪਣੇ ਡੈਮੋਕ੍ਰੇਸੀ ਦਾ, ਕਿਉਂਕਿ ਆਪਣੇ ਦੁਆਰਾ ਚੁਣੇ ਗਏ ਜਿਹੜੇ ਵਿਧਾਇਕ ਹੁੰਦੇ ਨੇ ਜੀ ਇੱਥੇ ਬੈਠਦੇ ਨੇ, ਜਿਹੜੇ ਵੀ ਐਮਪੀਜ਼ ਹੁੰਦੇ ਨੇ ਇੱਥੇ ਬੈਠਦੇ ਨੇ ਤੇ ਆਪਣੇ ਦੇਸ਼ ਦੇ ਹਿੱਤ ਵਿੱਚ ਜਾਂ ਫਿਰ ਕਹਿ ਸਕਦੇ ਹਾਂ ਕਿ ਹਿੱਤ ਵਿੱਚ ਨਹੀਂ ਵੀ ਲੈਂਦੇ, ਜਿਹੜੇ ਵੀ ਫੈਸਲੇ ਉਹਨਾਂ ਨੂੰ ਠੀਕ ਲੱਗਦੇ ਨੇ ਉਹ ਫੈਸਲੇ ਉੱਥੇ ਹੀ ਲਏ ਜਾਂਦੇ ਆ। ਤੇ ਇੱਥੇ ਅਸੀਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਵਿੱਚ ਇਹ ਕੀ ਕਰਦੇ ਹੈਗੇ ਜੀ, ਇਸ ਵਿੱਚ ਨੁਮਾਇੰਦਗੀ ਕਰਦੇ ਹੈਗੇ ਆ, ਜਿਹੜੇ ਵੀ ਪਰਸਨ ਆਪਾਂ ਨੋਮੀਨੇਟ ਵਗੈਰਾ ਕਰਦੇ ਹਾਂ, ਚੁਣਦੇ ਹੈਗੇ ਆ। ਤੇ ਇਹ ਗੱਲ ਵੇਖਣ ਨੂੰ ਮਿਲਦੀ ਹੈਗੀ ਆ। ਸੰਵਿਧਾਨ ਵਿੱਚ ਲੋਕਾਂ ਨੂੰ ਵਿਤਕਰੇ ਅਤੇ ਦੁਰਵਿਵਹਾਰ ਤੋਂ ਬਚਾਉਣ ਲਈ ਕੀ ਕੁਝ ਤੁਹਾਨੂੰ ਆਰਟੀਕਲਸ ਵੇਖਣ ਨੂੰ ਮਿਲਦੇ ਆ ਜੀ? ਬਿਲਕੁਲ ਵੇਖਣ ਨੂੰ ਮਿਲਦੇ ਆ ਕਿ ਲੋਕਾਂ ਨਾਲ ਵਿਤਕਰਾ ਨਾ ਕੀਤਾ ਜਾਵੇ, ਭੇਦਭਾਵ ਨਾ ਕੀਤਾ ਜਾਵੇ, ਦੁਰਵਿਵਹਾਰ ਨਾ ਕੀਤਾ ਜਾਵੇ। ਇਸ ਤੋਂ ਬਚਾਉਣ ਲਈ ਆਪਣੇ ਸੰਵਿਧਾਨ ਦੇ ਵਿੱਚ ਕੁਝ ਆਰਟੀਕਲਸ ਦਿੱਤੇ ਹੋਏ ਆ। ਇੱਕ ਤਾਂ ਹੈਗਾ ਜੀ ਆਰਟੀਕਲ 14। ਆਰਟੀਕਲ 14 ਦੇ ਵਿੱਚ ਇਹਨਾਂ ਨੇ ਇਕੁਐਲਿਟੀ ਬਿਫੋਰ ਲਾਅ। ਇਹਦਾ ਕੀ ਮਤਲਬ ਹੈਗਾ ਜੀ ਕਿ ਜਿਹੜੇ ਸਾਰੇ ਲੋਕ ਹੋਣਗੇ, ਸਾਰੇ ਲੋਕਾਂ ਲਈ ਜਿਹੜਾ ਕਾਨੂੰਨ ਹੋਵੇਗਾ ਜੀ ਸੇਮ ਹੋਵੇਗਾ। ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਘਰੇਲੂ ਕਰਮਚਾਰੀ, ਕਾਂਤਾ ਵਰਗੇ ਲੋਕਾਂ ਤੱਕ। ਜਿਵੇਂ ਕਾਂਤਾ ਦੀ ਗੱਲ ਕੀਤੀ ਸੀਗੀ ਨਾ ਕਿ ਕਾਂਤਾ ਦੀ ਲੜਕੀ ਬਿਮਾਰ ਹੋ ਜਾਂਦੀ ਆ, ਕਾਂਤਾ ਵੀ ਵੋਟਿੰਗ ਡੇ ਵਾਲੇ ਦਿਨ ਵੋਟਿੰਗ ਵਾਲੀ ਲਾਈਨ ਵਿੱਚ ਲੱਗੀ ਹੋਈ ਆ। ਸੋ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਘਰੇਲੂ ਕਰਮਚਾਰੀ ਤੱਕ, ਕਾਂਤਾ ਵਰਗੇ ਜਿਹੜੇ ਲੋਕ ਨੇ, ਇਹਨਾਂ ਨੂੰ ਇੱਕੋ ਜਿਹੇ ਕਾਨੂੰਨ ਦੀ ਪਾਲਣਾ ਕੀ ਕਰਨੀ ਪੈਂਦੀ ਹੈ ਜੀ? ਕਰਨੀ ਪੈਂਦੀ ਹੈ। ਇਹਨਾਂ ਨੂੰ ਇੱਕੋ ਕਾਨੂੰਨ ਜਿਹੜਾ ਹੈਗਾ ਆ ਮੰਨਣਾ ਪੈਂਦਾ ਆ। ਸੋ ਇਹ ਜਿਹੜਾ ਆਰਟੀਕਲ 14 ਆ, ਇਕੁਐਲਿਟੀ ਬਿਫੋਰ ਲਾਅ, ਕਿ ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੋਣਗੇ, ਇਹ ਵੀ ਸਾਨੂੰ ਇਹ ਗੱਲ ਬਾਰੇ ਦੱਸਦਾ ਆ। ਠੀਕ ਹੈ ਜੀ, ਤੇ ਮਤਲਬ ਪ੍ਰੋਵਾਈਡ ਕਰਾਉਂਦਾ ਆ ਜੇਕਰ ਕੋਈ ਭੇਦਭਾਵ ਤੁਹਾਨੂੰ ਕਰੂਗਾ, ਮਤਲਬ ਕਿ ਇਕੁਐਲਿਟੀ ਹੈਗੀ ਆ ਕਾਨੂੰਨ ਦੇ ਸਾਹਮਣੇ ਸਾਰੇ ਲੋਕਾਂ ਦੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜਾ ਆਰਟੀਕਲ 15 ਆ। ਆਰਟੀਕਲ 15 ਦੇ ਵਿੱਚ ਕੀ ਗੱਲ ਕੀਤੀ ਗਈ ਆ? ਆਰਟੀਕਲ 15 ਦੇ ਵਿੱਚ ਕਿਹਾ ਆ ਕਿ ਕਿਸੇ ਵੀ ਵਿਅਕਤੀ ਨਾਲ ਉਸ ਦੇ ਧਰਮ, ਉਹਦੇ ਰਿਲੀਜਨ ਕਰਕੇ,
ਨਸਲ ਜਿਹੜੀ ਰੇਸ ਹੈਗੀ ਆ ਜਾਂ ਫਿਰ ਜਾਤ ਜਨਮ ਸਥਾਨ ਭਾਵੇਂ ਔਰਤ ਜੈਂਡਰ ਕਹਿ ਸਕਦੇ ਹਾਂ ਕਿ ਔਰਤ ਜਾਂ ਫਿਰ ਮਰਦ ਹੈ ਦੇ ਆਧਾਰ ਤੇ ਵਿਤਕਰਾ ਜਾਂ ਫਿਰ ਭੇਦਭਾਵ ਨਹੀਂ ਕੀਤਾ ਜਾ ਸਕਦਾ। ਐਂਡ ਆਰਟੀਕਲ 15 ਇਹ ਵੀ ਇਨਸ਼ੋਰ ਕਰਦਾ ਆ ਕਿ ਜਿਹੜੀਆਂ ਸਾਰੀਆਂ ਜਨਤਕ ਥਾਵਾਂ ਹੋਣਗੀਆਂ, ਜਿਹੜੀਆਂ ਪਬਲਿਕ ਪਲੇਸਿਸ ਹੋਣਗੀਆਂ, ਉਹਨਾਂ ਨੂੰ ਵਰਤਣ ਤੋਂ ਯੂਜ਼ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਟਾਈਮ ਵਿੱਚ ਜੇ ਕੋਈ ਸਰਕਾਰੀ ਸਕੂਲ ਦੇ ਵਿੱਚ ਕਿਸੇ ਵੀ ਕਾਸਟ ਜਾਂ ਫਿਰ ਰਿਲੀਜਨ ਦਾ ਬੰਦਾ ਹੋਵੇ ਉਹਨੂੰ ਐਡਮਿਸ਼ਨ ਦੇਣ ਤੋਂ ਰੋਕਿਆ ਜਾ ਸਕਦਾ ਹੈ? ਬਿਲਕੁਲ ਨਹੀਂ। ਸੋ ਇਹ ਕੀ ਹੈ? ਇਹ ਵੀ ਕਹਿ ਸਕਦੇ ਹਾਂ ਕਿ ਸੰਵਿਧਾਨ ਦੁਆਰਾ ਆਰਟੀਕਲ 15 ਪ੍ਰੋਵਾਈਡ ਕੀਤਾ ਗਿਆ ਹੈ, ਜਿਸ ਦੇ ਅਕੋਰਡਿੰਗ ਧਰਮ, ਨਸਲ, ਜਾਤ, ਜਨਮ ਸਥਾਨ ਜਾਂ ਫਿਰ ਜੈਂਡਰ ਦੇ ਆਧਾਰ ਤੇ, ਉਹਦੇ ਪਲੇਸ ਆਫ ਬਰਥ ਦੇ ਆਧਾਰ ਤੇ ਉਹਦੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਤੇ ਤੀਸਰੇ ਨੰਬਰ ਤੇ ਇਕੁਐਲਿਟੀ ਆਫ ਓਪਰਚੁਨਿਟੀਜ਼ ਇੰਪਲੋਇਮੈਂਟ, ਕਿ ਆਰਟੀਕਲ 16 ਵਿੱਚ ਲਿਖਿਆ ਹੋਇਆ ਕਿ ਕੋਈ ਵੀ ਪਰਸਨ ਹੈਗਾ ਆ, ਜਿਵੇਂ ਮੰਨ ਲਓ ਕੋਈ ਮਾਸਟਰ ਕਾਡਰ ਦਾ ਫਾਰਮ ਆ ਗਿਆ ਜਾਂ ਫਿਰ ਪੀਐਸ ਟੈਟ ਦਾ ਫਾਰਮ ਆ ਗਿਆ, ਸੀ ਟੈਟ ਦਾ ਫਾਰਮ ਆ ਗਿਆ, DSSB, JBT ਜਾਂ ਫਿਰ TGT, ਕੋਈ ਵੀ ਪੋਸਟ ਆਉਂਦੀ ਆ ਤੇ ਤੁਹਾਨੂੰ ਕੀ ਲੱਗਦਾ ਵੀ ਤੁਹਾਨੂੰ ਸਰਕਾਰ ਰੋਕ ਸਕਦੀ ਹੈ ਕਿ ਤੁਸੀਂ ਫਾਰਮ ਫਿਲ ਨਹੀਂ ਕਰਨਾ? ਜੇ ਤੁਹਾਡੀ ਐਲੀਜੀਬਿਲਿਟੀ ਬਣਦੀ ਆ ਤੇ ਤੁਸੀਂ ਬਿਲਕੁਲ ਭਰ ਸਕਦੇ ਹੋ। ਮਤਲਬ ਜੌਬ ਲੈਣ ਦੇ ਮਾਮਲੇ ਵਿੱਚ ਕੀ ਸਰਕਾਰ ਤੁਹਾਡੇ ਨਾਲ ਵਿਤਕਰਾ ਕਰ ਸਕਦੀ ਹੈ? ਬਿਲਕੁਲ ਨਹੀਂ ਕਰ ਸਕਦੀ। ਸੋ ਅਕੋਰਡਿੰਗ ਟੂ ਕੰਸਟੀਟਿਊਸ਼ਨ, ਸੰਵਿਧਾਨ, ਸਾਨੂੰ ਸਾਰਿਆਂ ਨੂੰ ਇਕੁਅਲ ਅਪਰਚੁਨਿਟੀਜ਼ ਹੈਗੀਆਂ ਨੇ ਕਿ ਅਸੀਂ ਵੀ ਕਿਸੇ ਵੀ ਫਾਰਮ ਨੂੰ ਫਿਲ ਕਰ ਸਕਦੇ ਹਾਂ, ਕਿਸੇ ਵੀ ਜੌਬ ਨੂੰ ਲੈ ਸਕਦੇ ਹਾਂ, ਬਟ ਆਪਣੇ ਵਿੱਚ ਵੀ ਉਹ ਕੈਪੇਬਿਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਸੋ ਆਰਟੀਕਲ ਜਿਹੜਾ 16 ਆ ਇਹਦੇ ਵਿੱਚ ਇਹ ਗੱਲ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ। ਬਟ ਤੁਸੀਂ ਇੱਕ ਹੋਰ ਤਰਕ ਦੇ ਸਕਦੇ ਹੋ ਕਿ ਸਰ ਜੇ ਆਪਣੇ ਨੰਬਰ ਘੱਟ ਆਉਂਦੇ ਆ ਤੇ ਸਰ ਸਾਡੇ ਨਾਲ ਫੇਰ ਵੀ ਭੇਦਭਾਵ ਤਾਂ ਕੀਤਾ ਹੀ ਜਾਂਦਾ ਜੇ ਆਪਾਂ ਸਿਲੈਕਟ ਨਹੀਂ ਹੁੰਦੇ। ਬਿਲਕੁਲ ਨਹੀਂ, ਇਹ ਤਾਂ ਉਹਨਾਂ ਨੇ ਜਿਹੜੇ ਕੈਪੇਬਲ ਪਰਸਨ ਨੇ ਉਹਨਾਂ ਨੇ ਵੱਖਰੇ ਜਿਹੜੇ ਪੈਰਾਮੀਟਰਸ ਬਣਾਏ ਹੋਏ ਆ। ਟੈਸਟ ਕੋਈ ਕਲੀਅਰ ਕਰੂਗਾ, ਇੰਟਰਵਿਊ ਕਲੀਅਰ ਕਰੂਗਾ, ਜੌਬ ਤਾਂ ਉਹਨੂੰ ਹੀ ਮਿਲੂਗੀ ਨਾ, ਸਾਰਿਆਂ ਨੂੰ ਤਾਂ ਨਹੀਂ ਦਿੱਤੀ ਜਾ ਸਕਦੀ ਜੌਬ। ਅੱਗੇ ਵੇਖੋ, ਅੱਗੇ ਜਿਹੜਾ ਤੁਹਾਨੂੰ ਚੌਥੀ ਗੱਲ ਵੇਖਣ ਨੂੰ ਮਿਲਦੀ ਹੈਗੀ ਆ ਜੀ, ਛੂਤ ਛਾਤ ਨੂੰ ਖਤਮ ਕੀਤਾ ਗਿਆ ਹੈਗਾ ਜੀ, ਐਬੋਲੀਸ਼ਨ ਆਫ ਅਨਟਚੇਬਿਲਿਟੀ, ਕਿ ਆਰਟੀਕਲ 17 ਵਿੱਚ ਲਿਖਿਆ ਹੋਇਆ ਕਿ ਕੋਈ ਵੀ ਪਰਸਨ ਛੂਤ ਛਾਤ ਦੇ ਨਾਮ ਤੇ ਭੇਦਭਾਵ ਨਹੀਂ ਕਰ ਸਕਦਾ। ਸੋ ਇਹ ਗੱਲ ਆਪਾਂ ਨੂੰ ਆਰਟੀਕਲ 17 ਵਿੱਚ ਵੇਖਣ ਨੂੰ ਮਿਲਦੀ ਹੈਗੀ ਆ। ਤੇ ਲਾਸਟ ਵਿੱਚ ਐਬੋਲੀਸ਼ਨ ਆਫ ਟਾਈਟਲਸ, ਕਿ ਜਿਹੜੇ ਪਹਿਲਾਂ ਨਾਮ ਦੇ ਨਾਲ ਮਹਾਰਾਜਾ ਲਗਾਤਾ ਜਾਂ ਫਿਰ ਕੋਈ ਹੋਰ ਇਹੋ ਜਿਹਾ ਟਾਈਟਲ ਲਗਾਤਾ ਜਿਹਦੇ ਨਾਲ ਮਤਲਬ ਉਸ ਪਰਸਨ ਨੂੰ ਆਪਾਂ ਵੱਡਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਦੇ ਜਿਹੜੇ ਟਾਈਟਲਸ ਹੈਗੇ ਆ ਇਹਨਾਂ ਨੂੰ ਵੀ ਖਤਮ ਕੀਤਾ ਗਿਆ ਹੈ, ਐਕਸੈਪਟ ਮਿਲਟਰੀ, ਜਿਵੇਂ ਕਿ ਕਮਾਂਡਰ ਹੈ ਨਾ, ਜਿਵੇਂ ਆਪਾਂ ਕਈ ਵਾਰ ਨਾਮ ਲਗਾਉਂਦੇ ਹੁੰਦੇ ਆ ਕਿ ਮਿਲਟਰੀ ਜਾਂ ਫਿਰ ਅਕੈਡਮਿਕਸ ਜਿਹੜੇ ਹੈਗੇ ਆ ਜੀ, ਇਹਨਾਂ ਨੂੰ ਛੱਡ ਕੇ, ਇਹ ਵੀ ਆਪ ਨਹੀਂ ਲਗਾਉਣੇ ਹੁੰਦੇ, ਬਟ ਇਹਨਾਂ ਨੂੰ ਛੱਡ ਕੇ ਜਿੰਨੇ ਵੀ ਟਾਈਟਲਸ ਹੈਗੇ ਆ ਜੀ ਇਹਨਾਂ ਸਾਰਿਆਂ ਨੂੰ ਆਰਟੀਕਲ 18 ਦੇ ਅਕੋਰਡਿੰਗ ਖਤਮ ਕੀਤਾ ਗਿਆ ਹੈ। ਤੇ ਸਮਾਨਤਾ ਨੂੰ ਲਾਗੂ ਕਰਨ ਲਈ ਕੀ ਸਰਕਾਰ ਨੇ ਕੋਈ ਤਰੀਕੇ ਬਣਾਏ ਹੈਗੇ ਆ ਜੀ? ਬਿਲਕੁਲ, ਸਰਕਾਰ ਕੋਸ਼ਿਸ਼ ਅਕਸਰ ਇਸ ਤਰ੍ਹਾਂ ਦੀ ਕਰਦੀ ਰਹਿੰਦੀ ਆ ਜਿਹਦੇ ਨਾਲ ਲੋਕਾਂ ਵਿੱਚ ਸਮਾਨਤਾ ਆਵੇ ਤੇ ਕਹਿ ਸਕਦੇ ਹਾਂ ਕਿ ਇਕੁਐਲਿਟੀ ਵੇਖਣ ਨੂੰ ਮਿਲੇ। ਇੱਕ ਤਾਂ ਜਿਵੇਂ ਕਾਨੂੰਨਾਂ ਰਾਹੀਂ, ਕਾਨੂੰਨਾਂ ਦੀ ਹੁਣੇ ਆਪਾਂ ਗੱਲ ਕੀਤੀ ਸੀਗੀ ਕਿ ਕਿਸ ਤਰ੍ਹਾਂ ਦੇ ਜਿਹੜੇ ਕਾਨੂੰਨ ਨੇ ਜੀ ਇਹ ਬਣਾਏ ਗਏ ਆ ਕਿ ਜੇ ਕਿਸੇ ਨਾਲ ਭੇਦਭਾਵ ਕੀਤਾ ਜਾਂਦਾ ਕਾਸਟ, ਜੈਂਡਰ ਦੇ ਆਧਾਰ ਤੇ ਜਾਂ ਫਿਰ ਕੋਈ ਹੋਰ ਵੀ ਗੱਲ ਹੋ ਸਕਦੀ ਆ, ਕਿਸੇ ਨੂੰ ਡਿਫਰੈਂਟ ਟ੍ਰੀਟਮੈਂਟ ਦਿੱਤਾ ਜਾਂਦਾ ਤੇ ਉਹਦੇ ਲਈ ਕਾਨੂੰਨ ਵੱਖਰੇ ਬਣੇ ਹੋਏ ਆ। ਤੇ ਦੂਜੀ ਗੱਲ ਇਹ ਹੈ ਕਿ ਸਰਕਾਰੀ ਪ੍ਰੋਗਰਾਮਾਂ ਜਾਂ ਫਿਰ ਸਕੀਮਾਂ ਰਾਹੀਂ ਵੀ ਲੋਕਾਂ ਨੂੰ ਕੀ ਕੀਤਾ ਜਾਂਦਾ ਹੈ, ਲੋਕਾਂ ਵਿੱਚ ਸਮਾਨਤਾ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਮੰਨ ਲਓ ਕੋਈ ਪਰਸਨ ਹੈਗਾ ਆ, ਗਰੀਬ ਹੈਗਾ ਆ, 2 ਟਾਈਮ ਦੀ ਰੋਟੀ ਅਫੋਰਡ ਨਹੀਂ ਕਰ ਸਕਦਾ ਤੇ ਉਹਦੇ ਲਈ ਸਰਕਾਰ ਨੇ ਪਹਿਲਾਂ ਹੀ ਰਾਸ਼ਨ ਵੰਡਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ, ਰਾਸ਼ਨ ਵੰਡਣ ਦਾ ਜਿਹੜਾ ਕੰਮ ਹੈਗਾ ਆ, ਇਹ ਆਪਣੇ ਸਰਕਾਰੀ ਕਹਿ ਸਕਦੇ ਹਾਂ ਕਿ ਪਹਿਲਾਂ ਹੀ ਪਾਲਿਸੀਜ਼ ਜਾਂ ਫਿਰ ਨੀਤੀਆਂ ਬਣੀਆਂ ਹੋਈਆਂ ਨੇ ਉਹਨਾਂ ਗਰੀਬਾਂ ਲੋਕਾਂ ਲਈ। ਐਂਡ ਸਰਕਾਰ ਇਸ ਗੱਲ ਦਾ ਵੀ ਧਿਆਨ ਰੱਖਦੀ ਹੈ ਕਿ ਜਿਹੜੇ ਸਪੈਸੀਫਿਕ ਕਮਿਊਨਿਟੀਜ਼ ਜਾਂ ਫਿਰ ਕਿਸੇ ਸਪੈਸੀਫਿਕ ਜਾਤੀ ਨਾਲ ਬਿਲੋਂਗ ਕਰਦੇ ਹੈਗੇ ਆ ਜੀ, ਜਿਨ੍ਹਾਂ ਨਾਲ ਸਦੀਆਂ ਤੋਂ ਭੇਦਭਾਵ ਕੀਤਾ ਜਾ ਰਿਹਾ, ਤੇ ਉਹਨਾਂ ਲਈ ਵੀ ਵੱਖਰੀਆਂ ਜਿਹੜੀਆਂ ਯੋਜਨਾਵਾਂ ਹੁੰਦੀਆਂ ਨੇ, ਸਕੀਮਾਂ ਹੁੰਦੀਆਂ ਨੇ, ਸਥਾਪਿਤ ਕੀਤੀਆਂ ਗਈਆਂ ਨੇ। ਐਂਡ ਇਹਨਾਂ ਨੂੰ ਜੌਬ ਦੇ ਵਿੱਚ ਵੀ ਕੁਝ ਰਿਜ਼ਰਵੇਸ਼ਨ ਹੈਗੀ ਆ ਜੀ, ਇਹ ਵੀ ਵੇਖਣ ਨੂੰ ਮਿਲਦੀ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਕਹਿ ਸਕਦੇ ਹਾਂ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਜਿਹੜੇ ਕਿ ਗਰੀਬ ਲੋਕਾਂ ਲਈ ਜਾਂ ਫਿਰ ਜਿਨ੍ਹਾਂ ਨੂੰ ਫੈਸਿਲਿਟੀਜ਼ ਨਹੀਂ ਮਿਲ ਰਹੀਆਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਲਈ ਸਰਕਾਰ ਵੱਲੋਂ ਅਕਸਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ। ਇੱਕ ਐਸੇ ਤਰ੍ਹਾਂ ਦਾ ਹੀ ਐਗਜ਼ਾਮਪਲ ਜਿਹੜੀ ਹੈਗੀ ਆ ਇਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਮਿਡ ਡੇ ਮੀਲ ਸਕੀਮ ਦੀ। ਮਿਡ ਡੇ ਮੀਲ ਸਕੀਮ ਬਾਰੇ ਤੁਸੀਂ ਸਾਰਿਆਂ ਨੂੰ ਸੁਣਿਆ ਹੋਊਗਾ ਕਿ ਇਹ ਜਿਹੜੀ ਸਕੀਮ ਹੈਗੀ ਆ ਐਲੀਮੈਂਟਰੀ ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੇ ਪਹਿਲੀ ਜਮਾਤ ਤੋਂ ਲੈ ਕੇ 8ਵੀਂ
ਜਮਾਤ ਤੱਕ ਦੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨੂੰ ਫ੍ਰੀ ਖਾਣਾ ਖਵਾਉਣ ਦਾ ਜਿਹੜਾ ਕੰਮ ਹੈਗਾ ਆ ਸਕੂਲਾਂ ਵਿੱਚ ਇਹ ਕੀਤਾ ਜਾਂਦਾ। ਸਭ ਤੋਂ ਪਹਿਲਾਂ ਇਹ ਜਿਹੜਾ ਕੰਮ ਹੈਗਾ ਆ ਤਾਮਿਲਨਾਡੂ ਜਿਹੜੀ ਸਟੇਟ ਹੈਗੀ ਆ, ਤਾਮਿਲਨਾਡੂ ਰਾਜ ਵਿੱਚ ਇਹ ਕੀਤਾ ਗਿਆ ਸੀਗਾ। ਤੇ ਜਦੋਂ ਸਰਕਾਰ ਨੇ ਵੇਖਿਆ ਕਿ ਯਾਰ ਇਹਦੇ ਤਾਂ ਬੜੇ ਹੀ ਪੋਜ਼ਿਟਿਵ ਆਊਟਕਮਸ ਆ ਰਹੇ ਆ, ਕਿਉਂਕਿ ਪਹਿਲਾਂ ਵਾਲੇ ਟਾਈਮ ਦੇ ਵਿੱਚ ਈਵਨ ਅੱਜ ਵੀ ਜਿਹੜੇ ਪੇਰੈਂਟਸ ਹੁੰਦੇ ਨੇ ਆਪਦੇ ਬੱਚਿਆਂ ਨੂੰ ਆਪਦੇ ਕੰਮ ਤੇ ਲੈ ਜਾਂਦੇ ਨੇ, ਕਿਉਂਕਿ ਪੇਰੈਂਟਸ ਕਹਿੰਦੇ ਆ ਕਿ ਮੇਰਾ ਜਿਹੜਾ ਬੱਚਾ ਹੈਗਾ ਆ ਘਰੇ ਕੀ ਕਰੂਗਾ, ਜੇਕਰ ਇਹ ਕੰਮ ਕਰਨ ਜਾਊਗਾ ਤੇ ਆਪਦੀ ਰੋਟੀ ਵੀ ਕਮਾ ਸਕਦਾ ਹੈ, ਘਰ ਨੂੰ ਚਲਾਉਣ ਵਿੱਚ ਵੀ ਮਦਦ ਕਰੇਗਾ। ਸੋ ਸਰਕਾਰ ਨੇ ਕਿਹਾ ਕਿ ਯਾਰ ਜੇ ਅਸੀਂ ਰੋਟੀ ਸਕੂਲੇ ਹੀ ਦੇਣ ਲੱਗ ਜਾਈਏ ਤੇ ਜਿਹੜਾ ਬੱਚਾ ਹੋਊਗਾ ਉਹ ਤਾਂ ਫਿਰ ਘਰੇ ਜਾਊਗਾ ਨਹੀਂ। ਐਂਡ ਕਈ ਵਾਰ ਇਹ ਵੀ ਵੇਖਣ ਨੂੰ ਮਿਲਦਾ ਸੀਗਾ ਕਿ ਬੱਚੇ ਦੁਪਹਿਰ ਦੇ ਟਾਈਮ ਕਹਿੰਦੇ ਸੀਗੇ ਕਿ ਅਸੀਂ ਟੀਚਰ ਅਸੀਂ ਰੋਟੀ ਖਾਣ ਜਾਣਾ ਆ, ਤੇ ਮੁੜ ਕੇ ਆਉਂਦੇ ਹੀ ਨਹੀਂ ਸੀ, ਤੇ ਜਿਹਦੇ ਨਾਲ ਉਹਨਾਂ ਦੀ ਜਿਹੜੀ ਅਟੈਂਡੈਂਸ ਹੈਗੀ ਆ ਕਿਤੇ ਨਾ ਕਿਤੇ ਉਹ ਵੀ ਘਟਦੀ ਸੀਗੀ, ਹਰੇਕ ਚੀਜ਼ ਪ੍ਰਭਾਵਿਤ ਹੁੰਦੀ ਸੀਗੀ। ਸੋ ਤਾਮਿਲਨਾਡੂ ਵਿੱਚ ਜਦੋਂ ਇਹ ਸਕੀਮ ਲਾਗੂ ਕੀਤੀ ਤਾਂ ਇਹਦੇ ਬਹੁਤ ਸਾਰੇ ਪੋਜ਼ਿਟਿਵ ਆਊਟਕਮਸ ਆਏ। ਐਂਡ ਤਾਮਿਲਨਾਡੂ ਰਾਜ ਪਹਿਲਾ ਰਾਜ ਸੀਗਾ ਜਿਹੜਾ ਮਿਡ ਡੇ ਮੀਲ ਸਕੀਮ ਨੂੰ ਲਾਗੂ ਕਰਨ ਵਾਲਾ ਜਿਹੜਾ ਰਾਜ ਸੀਗਾ, ਇਹ ਪਹਿਲਾ ਰਾਜ ਸੀ। ਫਿਰ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜੀਆਂ ਬਾਕੀ ਸਰਕਾਰਾਂ ਸੀਗੀਆਂ ਉਸ ਟਾਈਮ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ ਕਿ 2001 ਵਿੱਚ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸਾਰੀਆਂ ਰਾਜ ਸਰਕਾਰਾਂ ਨੂੰ ਕਿ 6 ਮਹੀਨਿਆਂ ਦੇ ਅੰਦਰ ਅੰਦਰ ਆਪਣੇ ਸਕੂਲਾਂ ਵਿੱਚ ਵੀ ਇਹ ਜਿਹੜਾ ਪ੍ਰੋਗਰਾਮ ਹੈਗਾ ਆ ਇਹ ਸ਼ੁਰੂ ਕੀਤਾ ਜਾਵੇ। ਤੇ ਐਂਡ ਅੱਜ ਦੀ ਡੇਟ ਵਿੱਚ ਇਹ ਜਿਹੜੇ ਪ੍ਰੋਗਰਾਮ ਨੇ ਮਿਡ ਡੇ ਮੀਲ ਸਕੀਮ ਅੰਡਰ ਖਾਣਾ ਖਵਾਉਣ ਵਾਲੇ ਸਾਰੇ ਹੀ ਸਕੂਲਾਂ ਵਿੱਚ ਕੀਤੇ ਜਾਂਦੇ ਆ। ਈਵਨ ਮੈਂ ਵੀ ਖੁਦ ਰੋਜ਼ ਮਿਡ ਡੇ ਮੀਲ ਹੀ ਖਾਂਦਾ ਆ ਜਦੋਂ ਵੀ ਮੈਂ ਸਕੂਲ ਜਾਂਦਾ ਆ। ਐਂਡ ਇਹਦੇ ਨਾਲ ਪੋਜ਼ਿਟਿਵ ਜਿਹੜਾ ਕਹਿ ਸਕਦੇ ਆ ਕਿ ਇੱਕ ਪ੍ਰਭਾਵ ਹੈਗਾ ਵੇਖਣ ਨੂੰ ਮਿਲਦਾ ਆ। ਬੱਚਿਆਂ ਨੂੰ ਲੱਗਦਾ ਕਿ ਯਾਰ ਜਿਹੜੇ ਸਾਡੇ ਟੀਚਰਸ ਨੇ ਇਹ ਵੀ ਸੇਮ ਫੂਡ ਖਾਂਦੇ ਆ, ਤੇ ਇਸ ਦੇ ਨਾਲ ਕਹਿ ਸਕਦੇ ਹਾਂ ਕਿ ਜਿਹੜੇ ਬਾਕੀ ਹੋਰ ਜਿਹੜੇ ਬੱਚੇ ਹੈਗੇ ਆ ਸਾਰੇ ਬੱਚੇ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਇੱਕੋ ਟਾੜ ਪੱਟੀ ਤੇ ਬੈਠ ਕੇ ਇੱਕੋ ਬੈਂਚ ਤੇ ਬੈਠ ਕੇ ਰੋਟੀ ਖਾਂਦੇ ਆ। ਸੋ ਕਿਤੇ ਨਾ ਕਿਤੇ ਜਿਹੜੀ ਭੇਦਭਾਵ ਵਾਲੀ ਭਾਵਨਾ ਹੈਗੀ ਆ ਇਹ ਵੀ ਘਟਦੀ ਹੈਗੀ ਆ। ਐਂਡ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਸਕਾਰਾਤਮਕ ਪ੍ਰਭਾਵ ਕੀ ਹੋਇਆ, ਇਹਦੇ ਨਾਲ ਐਨਰੋਲਮੈਂਟ ਵਧੀ। ਬੇਸ਼ੱਕ ਰੋਟੀ ਦੇ ਮਾਮਲੇ ਵਿੱਚ ਹੀ ਕਹਿਣਗੇ ਕਿ ਚਲੋ ਸਕੂਲੇ ਜਾਊਗਾ, ਘੱਟੋ ਘੱਟ ਇੱਕ ਟਾਈਮ ਬੱਚੇ ਨੂੰ ਰੋਟੀ ਤਾਂ ਮਿਲ ਜਾਣੀ ਆ, ਪ੍ਰੋਪਰ ਵਧੀਆ ਫੂਡ ਮਿਲ ਜਾਣਾ ਆ। ਸੋ ਜਿਹਦੇ ਨਾਲ ਐਨਰੋਲਮੈਂਟ ਵਧੀ, ਦਾਖਲੇ ਵਧੇ, ਐਸਪੈਸ਼ਲੀ ਗਰੀਬ ਬੱਚਿਆਂ ਦੇ, ਗਰੀਬ ਪਰਿਵਾਰਾਂ ਤੋਂ ਸੰਬੰਧਿਤ ਲੋਕਾਂ ਨੇ ਆਪਦੇ ਬੱਚਿਆਂ ਦੇ ਜਿਹੜੇ ਵੱਧ ਦਾਖਲੇ ਹੈਗੇ ਆ ਇਹਨਾਂ ਸਕੂਲਾਂ ਵਿੱਚ ਕਰਵਾਏ, ਤੇ ਇਸੇ ਬਹਾਨੇ ਉਹਨਾਂ ਨੂੰ ਸਰਟੀਫਿਕੇਟ ਵੀ ਮਿਲ ਜਾਣਾ ਆ ਪੜ੍ਹਾਈ ਲਿਖਾਈ ਵਾਲਾ। ਸੋ ਬੱਚਿਆਂ ਨੇ ਨਿਯਮਿਤ ਤੌਰ ਤੇ ਰੈਗੂਲਰ ਬੇਸਿਸ ਤੇ ਸਕੂਲ ਜਾਣਾ ਵੀ ਸ਼ੁਰੂ ਕਰ ਦਿੱਤਾ, ਤੇ ਖਾਣਾ ਖਾਣ ਲਈ ਪਹਿਲਾਂ ਘਰ ਜਾਂਦੇ ਹੁੰਦੇ ਸੀਗੇ, ਤੇ MDM ਸਕੀਮ ਤੋਂ ਬਾਅਦ ਬੱਚਿਆਂ ਦੀ ਹਾਜ਼ਰੀ ਵਿੱਚ ਵੀ ਸੁਧਾਰ ਹੋ ਗਿਆ। MD ਪ੍ਰੋਗਰਾਮ ਨੇ MDM ਮਿਡ ਡੇ ਮੀਲ ਪ੍ਰੋਗਰਾਮ ਨਾਲ ਭੇਦਭਾਵ ਵੀ ਕਾਫੀ ਹੱਦ ਤੱਕ ਘਟ ਗਿਆ, ਸਾਰੇ ਬੱਚੇ ਇਕੱਠੇ ਬੈਠ ਕੇ ਰੋਟੀ ਖਾਣ ਲੱਗ ਗਏ ਸੀਗੇ। ਐਂਡ ਇਹ ਜਿਹੜੇ ਸਰਕਾਰੀ ਪ੍ਰੋਗਰਾਮ ਹੁੰਦੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਵਿੱਚ ਮੌਕਿਆਂ ਦੀ ਸਮਾਨਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਕੀ ਕਰਦੇ ਆ ਜੀ, ਨਿਭਾਉਂਦੇ ਹੈਗੇ ਆ। ਤੇ ਅੱਜ ਵੀ ਦੇਸ਼ ਦੇ ਕਈ ਸਕੂਲ ਇਹੋ ਜਿਹੇ ਹੈਗੇ ਆ, ਜਿਵੇਂ ਕਿ ਆਪਾਂ ਗੱਲ ਕਰਦੇ ਆ ਓਮ ਪ੍ਰਕਾਸ਼ ਵਾਲਮੀਕੀ ਵਰਗੇ ਦਲਿਤ ਬੱਚਿਆਂ ਨਾਲ ਕਿਤੇ ਨਾ ਕਿਤੇ, ਜ਼ਿਆਦਾ ਨਹੀਂ ਬਟ ਕਿਤੇ ਨਾ ਕਿਤੇ ਇਸ ਤਰ੍ਹਾਂ ਜ਼ਰੂਰ ਹੁੰਦਾ ਹੋਊਗਾ ਜਿੱਥੇ ਓਮ ਪ੍ਰਕਾਸ਼ ਵਾਲਮੀਕੀ ਵਰਗੇ ਬੱਚੇ ਵੇਖਣ ਨੂੰ ਮਿਲਣਗੇ ਜਿਨ੍ਹਾਂ ਨਾਲ ਵਿਤਕਰਾ ਜਾਂ ਫਿਰ ਜਿਹੜਾ ਭੇਦਭਾਵ ਹੈਗਾ ਆ ਅੱਜ ਦੇ ਟਾਈਮ ਵਿੱਚ ਵੀ ਕੀਤਾ ਜਾਂਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਇਕੁਐਲਿਟੀ ਦੀ ਅਦਰ ਡੈਮੋਕ੍ਰੇਸੀਜ਼ ਦੇ ਵਿੱਚ। USA ਦੀ ਮੇਨਲੀ ਗੱਲ ਕੀਤੀ ਗਈ ਹੈ ਕਿ USA ਦੇ ਵਿੱਚ ਜਿਹੜੇ ਅਫਰੀਕਨ ਅਮਰੀਕਨ ਲੋਕ ਆਉਂਦੇ ਆ ਜਿਹੜੇ ਕਿ ਕਾਫੀ ਟਾਈਮ ਤੋਂ ਪਹਿਲਾਂ ਗੁਲਾਮ ਵੀ ਰਹੇ ਸੀਗੇ USA ਦੇ ਵਿੱਚ, ਕਿਉਂਕਿ ਜਿਹੜੇ ਇਹਨਾਂ ਦੇ ਪੂਰਵਜ ਸੀਗੇ, ਅਨਸੈਸਟਰ ਸੀਗੇ ਕਿਹਨਾਂ ਦੇ, ਅਫਰੀਕਾ ਤੋਂ ਜਿਹੜੇ ਲੋਕ ਆਏ ਸੀਗੇ ਅਮਰੀਕਾ ਵਿੱਚ, ਜਿਹੜੇ ਕਿ ਅਫਰੀਕਨ ਅਮਰੀਕਨ ਕਹਿ ਦਿੰਦੇ ਆ। ਇਹ ਇਹਨਾਂ ਦੇ ਜਿਹੜੇ ਪੂਰਵਜ ਸੀਗੇ ਗੁਲਾਮ ਰਹੇ ਸੀਗੇ, ਸਲੇਵਰੀ ਕੀਤੀ ਸੀਗੀ ਕਾਫੀ ਟਾਈਮ ਤੱਕ, ਤੇ 1950 ਦੇ ਅਫਰੀਕੀ ਅਮਰੀਕਨ ਲਈ ਬਰਾਬਰੀ ਦੇ ਅਧਿਕਾਰਾਂ ਲਈ ਜਿਹੜਾ ਅੰਦੋਲਨ ਸ਼ੁਰੂ ਹੋਇਆ ਸੀਗਾ, ਇਹਨਾਂ ਗੱਲਾਂ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਜੀਵਨ ਹੈਗਾ ਆ ਅਸਮਾਨ ਹੈਗਾ ਆ। ਈਵਨ ਅੱਜ ਦੀ ਡੇਟ ਵਿੱਚ ਆਪਾਂ ਕਹਿ ਸਕਦੇ ਹਾਂ ਠੀਕ ਹੈ ਕੰਸਟੀਟਿਊਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਵੀ ਇਮਿਊਨਿਟੀ ਜਾਂ ਫਿਰ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਲਾਅ ਹੈਗੇ ਆ ਇਕੁਐਲਿਟੀ ਪ੍ਰੋਵਾਈਡ ਕਰਾਉਂਦੇ ਹੋਣਗੇ, ਬਟ ਫਿਰ ਵੀ ਰੀਅਲ ਲਾਈਫ ਦੇ ਵਿੱਚ ਭੇਦਭਾਵ ਜਿਹੜਾ ਹੈਗਾ ਆ ਇਹ ਵੇਖਣ ਨੂੰ ਆਪਾਂ ਨੂੰ ਮਿਲ ਹੀ ਜਾਂਦਾ ਆ। ਤੇ ਇਹ ਜਿਹੜੀ ਕਹਾਣੀ ਹੈਗੀ ਆ ਕਿੱਥੋਂ ਸ਼ੁਰੂ ਹੁੰਦੀ ਆ, ਰੋਜ਼ਾ ਪਾਰਕਸ ਨਾਮ ਦੀ ਇੱਕ ਔਰਤ ਸੀਗੀ ਜੀ, ਉਸ ਤੋਂ ਕਹਾਣੀ ਸ਼ੁਰੂ ਹੁੰਦੀ ਆ। ਤੇ ਰੋਜ਼ਾ ਪਾਰਕਸ ਨੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀਗਾ, ਜਾਂ ਫਿਰ ਕਹਿ ਸਕਦੇ ਹਾਂ ਕਿ ਇਸ ਤੋਂ ਪਹਿਲਾਂ ਜਿਹੜੇ ਲੋਕ ਸੀਗੇ, ਜਿਹੜੇ ਬਲੈਕ ਸੀਗੇ, ਕਾਲੇ ਜਿਹੜੇ ਲੋਕ ਸੀਗੇ, ਇਹਨਾਂ ਨੂੰ ਬੱਸ ਵਿੱਚ ਲਾਸਟ ਤੇ ਬੈਠਣਾ ਪੈਂਦਾ ਸੀਗਾ, ਖੜਨਾ ਪੈਂਦਾ ਸੀ। ਜੇ ਕੋਈ ਗੋਰਾ ਵਿਅਕਤੀ ਆ ਜਾਂਦਾ ਸੀਗਾ ਖੁਦ ਉੱਠ ਕੇ ਆਪਦੀ ਸੀਟ ਉਸ ਗੋਰੇ ਇਨਸਾਨ ਨੂੰ ਦੇਣੀ ਪੈਂਦੀ ਸੀਗੀ।
ਸੋ ਸਪੈਸ਼ਲ ਟ੍ਰੀਟਮੈਂਟ ਗੋਰਿਆਂ ਨੂੰ ਦਿੱਤਾ ਜਾਂਦਾ ਸੀਗਾ। ਕਈ ਵਾਰ ਆਪਾਂ ਵੇਖਿਆ ਕਿ ਇਹਨਾਂ ਲਈ ਸਪੈਸ਼ਲ ਬੱਸਿਸ ਵੀ ਚਲਾਈਆਂ ਜਾਂਦੀਆਂ ਸੀਗੀਆਂ, ਕਿਹਨਾਂ ਲਈ, ਗੋਰਿਆਂ ਲਈ, ਬਟ ਕਾਲਿਆਂ ਲਈ ਕਹਿ ਸਕਦੇ ਹਾਂ ਕਿ ਘਟੀਆ ਕੁਆਲਿਟੀ ਦੀਆਂ ਬੱਸਿਸ ਚਲਾਈਆਂ ਜਾਂਦੀਆਂ ਸੀਗੀਆਂ। ਤੇ ਰੋਜ਼ਾ ਪਾਰਕਸ ਇੱਕ ਸੀਗੇ, 1913 ਵਿੱਚ ਇਹਨਾਂ ਦਾ ਜਨਮ ਹੋਇਆ ਤੇ 2005 ਵਿੱਚ ਇਹਨਾਂ ਦੀ ਡੈਥ ਹੋਈ ਸੀਗੀ। ਇਹ ਇੱਕ ਅਫਰੀਕੀ ਅਮਰੀਕਨ ਔਰਤ ਸੀਗੇ ਤੇ 1 ਦਸੰਬਰ 1955 ਦੀ ਗੱਲ ਹੈਗੀ ਆ। ਥੱਕੇ ਹੋਏ ਸੀਗੇ ਕਾਫੀ, ਵੈਸੇ ਕੁਝ ਰਿਪੋਰਟਸ ਕਹਿੰਦੀਆਂ ਕਿ ਨਹੀਂ ਥੱਕੇ ਹੋਏ ਸੀ, ਬਸ ਇਹਨਾਂ ਨੇ ਆਪਦੇ ਮੋਰਲਸ ਐਂਡ ਪ੍ਰਿੰਸੀਪਲ ਕਰਕੇ ਇੱਕ ਗੋਰੇ ਵਿਅਕਤੀ ਨੂੰ ਆਪਦੀ ਜਿਹੜੀ ਸੀਟ ਹੈਗੀ ਆ ਇਹ ਦੇਣ ਤੋਂ ਮਨਾ ਕਰ ਦਿੱਤਾ। ਤੇ ਗੋਰਾ ਆਇਆ ਹੋਊਗਾ, ਕਿਹਾ ਹੋਊਗਾ ਕਿ ਵੀ ਮੈਨੂੰ ਸੀਟ ਦੇ, ਤੂੰ ਕਿਉਂ ਬੈਠੀ ਆ ਇੱਥੇ, ਤੇ ਇਹਨਾਂ ਨੇ ਮਨਾ ਕਰਤਾ ਕਿ ਵੀ ਮੈਂ ਤਾਂ ਨਹੀਂ ਦਿੰਦੀ ਆਪਦੀ ਸੀਟ, ਮੈਂ ਤਾਂ ਇੱਥੇ ਹੀ ਬੈਠੂੰ। ਤੇ ਉਸ ਤੋਂ ਬਾਅਦ ਕੀ ਹੋਇਆ, ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਜੇਲ੍ਹ ਵਿੱਚ ਬੰਦ ਕਰਨ ਤੋਂ ਬਾਅਦ ਇਹਨਾਂ 'ਤੇ ਜੁਰਮਾਨਾ ਵੀ ਲਗਾਇਆ ਗਿਆ ਕਿ ਤੁਸੀਂ ਇਸ ਫਲਾਣੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ, ਜਿਹਦੇ ਕਰਕੇ ਤੁਹਾਨੂੰ ਇਹ ਜਿਹੜੀ ਸਜ਼ਾ ਹੈਗੀ ਆ ਇਹ ਦਿੱਤੀ ਜਾ ਰਹੀ ਆ। ਤੇ ਉਹਨਾਂ ਦੇ ਸਿਰਫ ਇਸ ਨਾਂ ਨੇ, ਸਿਰਫ ਉਸ ਦਿਨ ਉਹਨਾਂ ਨੇ ਇਨਕਾਰ ਕਰ ਦਿੱਤਾ, ਜਿਹਦੇ ਕਰਕੇ ਅਫਰੀਕੀ ਅਮਰੀਕਨ ਦੇ ਅਸਮਾਨ ਤਰੀਕਿਆਂ ਵਿਰੁੱਧ ਇੱਕ ਵੱਡਾ ਜਿਹੜਾ ਅੰਦੋਲਨ ਸੀਗਾ ਸ਼ੁਰੂ ਹੋ ਚੁੱਕਿਆ ਸੀ। ਐਂਡ ਇਸ ਅੰਦੋਲਨ ਨੂੰ ਕੀ ਨਾਮ ਦਿੱਤਾ ਗਿਆ, ਸਿਵਲ ਰਾਈਟਸ ਮੂਵਮੈਂਟ ਅੰਦੋਲਨ ਨਾਮ ਦਿੱਤਾ ਗਿਆ, ਸਿਵਲ ਰਾਈਟਸ ਮੂਵਮੈਂਟ ਨਾਮ ਦਿੱਤਾ ਗਿਆ। ਤੇ 1964 ਵਿੱਚ ਸਿਵਲ ਰਾਈਟਸ ਐਕਟ ਵੀ ਕਹਿ ਸਕਦੇ ਹਾਂ ਕਿ ਆ ਗਿਆ ਸੀਗਾ, ਜਿਸ ਅਕੋਰਡਿੰਗ ਕਿਸੇ ਵੀ ਕੋਈ ਪਰਸਨ ਹੋਵੇ, ਨਸਲ ਦਾ ਹੋਵੇ, ਧਰਮ ਜਾਂ ਫਿਰ ਰਾਸ਼ਟਰੀ ਮੂਲ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਕੀਤੀ ਗਈ ਕਿ ਭੇਦਭਾਵ ਨਹੀਂ ਕੀਤਾ ਜਾ ਸਕਦਾ। ਜਿਹੜੇ ਸਾਰੇ ਸਕੂਲ ਸੀਗੇ ਅਫਰੀਕੀ ਅਮਰੀਕੀ ਬੱਚਿਆਂ ਲਈ ਖੁੱਲਣਗੇ। ਐਂਡ ਫਿਰ ਵੀ ਜਿਹੜੇ ਕਾਫੀ ਕਾਲੇ ਲੋਕ ਸੀਗੇ ਆਪਦੇ ਬੱਚਿਆਂ ਨੂੰ ਵਧੀਆ ਸਕੂਲਾਂ ਵਿੱਚ ਨਹੀਂ ਭੇਜ ਸਕਦੇ ਸੀਗੇ, ਕਿਉਂਕਿ ਉਹਨਾਂ ਕੋਲ ਇੰਨੇ ਪੈਸੇ ਹੀ ਨਹੀਂ ਸੀ ਕਿ ਆਪਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ। ਤੇ ਸਰਕਾਰੀ ਸਕੂਲਾਂ ਵਿੱਚ ਪ੍ਰੋਪਰ ਫੈਸਿਲਿਟੀਜ਼ ਨਹੀਂ ਸੀਗੀਆਂ, ਪ੍ਰੋਪਰ ਵਧੀਆ ਟੀਚਰਸ ਨਹੀਂ ਅਵੇਲੇਬਲ ਹੁੰਦੇ ਸੀਗੇ। ਸੋ ਇਹ ਜਿਹੜੀ ਪ੍ਰੋਬਲਮ ਹੈਗੀ ਆ ਤੁਹਾਨੂੰ ਵੇਖਣ ਨੂੰ ਮਿਲਦੀ ਸੀਗੀ। ਐਂਡ ਇਸ ਗੱਲ ਨੂੰ ਤੁਸੀਂ ਸਮਝ ਗਏ ਹੋਣੇ ਆ। ਤੇ ਕੋਈ ਵੀ ਦੇਸ਼ ਜਿਹੜਾ ਹੈਗਾ ਆ ਪੂਰੇ ਤਰੀਕੇ ਨਾਲ ਲੋਕਤੰਤਰੀ ਆਪਾਂ ਨਹੀਂ ਕਹਿ ਸਕਦੇ, ਕੁਝ ਕਮੀਆਂ ਪੇਸ਼ੀਆਂ ਸਾਰੇ ਹੀ ਦੇਸ਼ਾਂ ਵਿੱਚ ਹੁੰਦੀਆਂ ਨੇ। ਸਰਕਾਰ ਟਾਈਮ ਟੂ ਟਾਈਮ ਇਹੋ ਜਿਹੇ ਸਟੈਪ ਚੁੱਕਦੀਆਂ ਰਹਿੰਦੀਆਂ ਨੇ, ਜਿਹਦੇ ਕਰਕੇ ਕਹਿ ਸਕਦੇ ਹਾਂ ਕਿ ਲੋਕਤੰਤਰ ਜਿਹੜਾ ਹੈਗਾ ਆ ਬਚਿਆ ਰਵੇ। ਬਟ ਕੁਝ ਦੇਸ਼ ਇਹੋ ਜਿਹੇ ਵੀ ਨੇ ਜਿੱਥੇ ਜਿਹੜਾ ਲੋਕਤੰਤਰ ਹੈਗਾ ਆ ਨਾ ਮਾਤਰ ਹੀ ਹੁੰਦਾ ਹੈ। ਉਹ ਕਿਹੜੀਆਂ ਕੰਟਰੀਜ਼ ਨੇ, ਆਪਣੇ ਕੁਝ ਨੇਬਰਸ ਵੀ ਇਸ ਤਰ੍ਹਾਂ ਦੀਆਂ ਹੈਗੇ ਨੇ, ਜਾਂ ਫਿਰ ਨੇਬਰ ਕੰਟਰੀਆਂ ਵੀ ਇਸ ਤਰ੍ਹਾਂ ਦੀਆਂ ਵੇਖਣ ਨੂੰ ਮਿਲਦੀਆਂ ਨੇ। ਸੋ ਇਸ ਨੋਟ ਨਾਲ ਹੀ ਇਸ ਕਲਾਸ ਨੂੰ ਕਰਦੇ ਹਾਂ ਖ਼ਤਮ। ਜੇਕਰ ਕੋਈ ਟੌਪਿਕ ਜਾਂ ਫਿਰ ਕੋਈ ਗੱਲ ਨਾ ਸਮਝ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਤੁਸੀਂ 2 ਤੋਂ ਲੈ ਕੇ 3 ਵਾਰ ਵੇਖ ਲਿਓ, ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਮੇਰੇ ਦੁਆਰਾ ਕੋਸ਼ਿਸ਼ ਕੀਤੀ ਗਈ ਸੀਗੀ ਕਿ ਮੈਂ ਕੋਈ ਵੀ ਪੁਆਇੰਟ ਨਾ ਛੱਡਾਂ ਐਂਡ ਸਾਰੀਆਂ ਗੱਲਾਂ ਤੁਹਾਨੂੰ ਐਕਸਪਲੇਨ ਕਰ ਦੇਵਾਂ। ਸੋ ਇਸ ਨੋਟ ਨਾਲ ਹੀ ਮੈਨੂੰ ਦਿਓ ਇਜਾਜ਼ਤ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਿਓ, ਵੀਡੀਓ ਨੂੰ ਲਾਈਕ ਕਰ ਦਿਓ ਐਂਡ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ। ਆਪਣਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਿਓ। ਆਪਣੇ ਟੈਲੀਗ੍ਰਾਮ ਚੈਨਲ ਦਾ ਨਾਮ ਹੈ ਡੋਰ ਸਟੈਪ ਐਜੂਕੇਸ਼ਨ ਪੁਆਇੰਟ। Thank you so much for watching. God bless you all.